ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਅਸੀਂ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਪੋਲਿਟੀ ਦੇ MCQs ਦੀ ਜਿਹੜੀ ਸੀਰੀਜ਼ ਚੱਲ ਰਹੀ ਹੈ ਉਹਦਾ ਪਾਰਟ ਨੰਬਰ 5। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੇ ਸਾਰੀ ਦੀ ਸਾਰੀ ਜੋ ਸੀਰੀਜ਼ ਹੈ ਉਹ ਪੰਜਾਬੀ ਵਿੱਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਆਲਰੇਡੀ 4 ਪਾਰਟ ਆ ਚੁੱਕੇ ਨੇ। ਜੇ ਤੁਸੀਂ ਉਹ ਨਹੀਂ ਦੇਖੇ ਤਾਂ ਇਹ ਲੈਕਚਰ ਦੇਖਣ ਤੋਂ ਬਾਅਦ ਉਹ ਜ਼ਰੂਰ ਦੇਖ ਲੈਣਾ। ਇਹ ਜੋ ਸੀਰੀਜ਼ ਹੈ ਪੋਲਿਟੀ ਵਾਲੀ, ਇਹ ਸਪੈਸ਼ਲ ਨੈਬ ਤਹਿਸੀਲਦਾਰ ਤੇ ਕੋਆਪਰੇਟਿਵ ਇੰਸਪੈਕਟਰ ਦੇ ਜੋ ਐਗਜ਼ਾਮ ਆਉਣ ਵਾਲੇ ਆ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲੀ ਆ। ਇਸ ਸੀਰੀਜ਼ ਵਿੱਚ ਪਹਿਲਾਂ ਆਪਾਂ MCQs ਕਰਦੇ ਆ, ਜਿਹੜੇ ਪੁਰਾਣੇ ਬੱਚੇ ਉਹਨਾਂ ਨੂੰ ਆਲਰੇਡੀ ਪਤਾ ਆ। ਉਸ ਤੋਂ ਬਾਅਦ ਉਹਦਾ ਆਨਸਰ ਕਰਦੇ ਆ ਐਂਡ ਉਸ ਤੋਂ ਬਾਅਦ ਉਹਦੀ ਡਿਟੇਲ ਡਿਸਕਸ਼ਨ ਵੀ ਕਰਦੇ ਆ। ਠੀਕ ਹੈ ਜੀ, ਜਿਵੇਂ ਇੱਕ ਕੁਐਸਚਨ ਆ ਉਹ ਇੱਕ ਟੌਪਿਕ ਦੀ ਤਰ੍ਹਾਂ ਕੰਮ ਕਰਦਾ ਆ, ਉਹਦੀ ਅੱਗੇ ਕਾਫੀ ਫਰਦਰ ਡਿਟੇਲ ਹੁੰਦੀ ਆ, ਉਹਨੂੰ ਅਸੀਂ ਐਕਸਪਲੇਨ ਕਰਦੇ ਆ ਤਾਂ ਕਿ ਤੁਹਾਡੇ ਲਈ ਐਗਜ਼ਾਮ ਦੇ ਵਿੱਚ ਉਹ ਕੁਐਸਚਨ ਆ ਸਕੇ ਤੇ ਤੁਸੀਂ ਆਪਦਾ ਪੇਪਰ ਕਲੀਅਰ ਕਰਕੇ ਆਪਦੇ ਸੁਪਨੇ ਪੂਰੇ ਕਰ ਸਕੋ ਜੀ। ਚਲੋ ਸ਼ੁਰੂ ਕਰਦੇ ਹਾਂ। ਹਾਂਜੀ, ਜੇ ਚੈਨਲ ਤੇ ਨਵੇਂ ਆ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜੇ ਪੁਰਾਣੇ ਆ ਤਾਂ ਲਾਈਕ ਕਰੋ ਮੇਰੇ ਚੈਨਲ ਨੂੰ, ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਅਤੇ ਮੈਂ ਜਿਹੜੇ ਵੀ ਕੁਐਸਚਨ ਪੁੱਛਦਾ ਹੁੰਦਾ ਉਹਨਾਂ ਦਾ ਕਮੈਂਟ ਦੇ ਵਿੱਚ ਆਨਸਰ ਜ਼ਰੂਰ ਦਿਆ ਕਰੋ ਜੀ। ਤਾਂ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ 31। ਇਹ ਦੇਖੋ ਨੰਬਰਿੰਗ ਜਿਹੜੀ ਆ, ਤੁਸੀਂ ਜੇ ਪੁਰਾਣੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਕਿਤੇ ਨੰਬਰਿੰਗ 1st 2nd ਜਾਂ 31 ਵਗੈਰਾ ਆ ਰਹੀ ਹੈ। ਆਪਣਾ ਟਾਰਗੇਟ ਆ ਕਿ 500 MCQs ਦੇ ਅਰਾਊਂਡ ਕੰਪਲੀਟ ਕਰਨੇ ਆ ਜੀ। ਠੀਕ ਹੈ, ਉਹਦੇ ਵਿੱਚ ਜਿਵੇਂ ਟਾਈਪ ਹੁੰਦੀਆਂ ਟਾਈਪ 1 ਟਾਈਪ 2 ਲੈਵਲ, ਇਹ ਥੋੜਾ ਲੈਵਲ ਅਪ ਆ। ਪਹਿਲੀ ਟਾਈਪ ਈਜ਼ੀ ਸੀਗੀ, ਇਹ ਟਾਈਪ ਥੋੜੀ ਜਿਹੀ ਉਦੋਂ ਡਿਫੀਕਲਟ ਲੈਵਲ ਆ। ਇੱਦਾਂ ਹੀ ਚੱਲਦੇ ਆਪਾਂ ਹੌਲੀ ਟਾਈਪ ਵਾਈਜ਼ ਚੱਲਾਂਗੇ, ਤਾਂ ਕਰਕੇ ਨੰਬਰ ਥੋੜਾ ਚੇਂਜ ਹੋ ਰਿਹਾ ਤੇ ਉਸ ਦੇ ਚੱਕਰ 'ਚ ਤੁਸੀਂ ਨਾ ਪਾਓ, ਕੋਈ ਇਸ਼ੂ ਨਹੀਂਗਾ। ਕੁਐਸਚਨ ਤੁਹਾਨੂੰ ਲਗਭਗ 500 ਆਪਾਂ ਜ਼ਰੂਰ ਕਰਾਂਗੇ ਜੀ। ਚਲੋ ਫਸਟ ਕੁਐਸਚਨ ਹੈ ਆਪਣੇ ਕੋਲ, ਅੰਡਰ ਦਾ ਕਨਸਟੀਟਿਊਸ਼ਨ ਦਾ ਪਾਵਰ ਟੂ ਇਸ਼ੂ ਦਾ ਰਿਟ ਆਫ ਹੈਬਸ ਕਾਰਪਸ ਇਜ਼ ਵੈਸਟਡ ਇਨ। ਕਹਿੰਦੇ ਜਿਹੜੀ ਹੈਬਸ ਕਾਰਪਸ ਦੀ ਰਿਟ ਆ ਇਹਨੂੰ ਇਸ਼ੂ ਕਰਨ ਦੀ ਪਾਵਰ ਕਿਹਦੇ ਕੋਲ ਆ। ਕੁਐਸਚਨ ਇਹ ਹੈ ਜੀ ਆਪਣਾ। ਹੁਣ ਹੈਬਸ ਕਾਰਪਸ ਕੀ ਹੈ, ਇਹ ਰਿਟ ਆ। ਮੈਂ ਦੱਸ ਚੁੱਕਾ ਲਾਸਟ ਵੀਡੀਓ ਦੇ ਵਿੱਚ ਵੀ ਕਿ ਰਿਟ ਕੀ ਹੁੰਦੀ ਆ, ਕਦੋਂ ਇਸ਼ੂ ਹੁੰਦੀ ਆ, ਕੌਣ ਇਹਨੂੰ ਇਸ਼ੂ ਕਰ ਸਕਦਾ ਆ, ਕਿੰਨੇ ਟਾਈਪ ਦੀਆਂ ਰਿਟ ਹੁੰਦੀਆਂ ਆ। ਜਿਵੇਂ ਮੈਂ ਦੱਸ ਦਵਾਂ ਕਿ 5 ਟਾਈਪ ਦੀਆਂ ਰਿਟ ਹੁੰਦੀਆਂ ਤੇ ਮੈਂ ਇਹ ਵੀ ਐਕਸਪਲੇਨ ਕੀਤਾ ਸੀਗਾ ਕਿ ਰਿਟ ਕਿਉਂ ਇਸ਼ੂ ਹੁੰਦੀ ਆ, ਕਿਸ ਕੇਸ ਦੇ ਵਿੱਚ ਕਿਹੜੀ ਰਿਟ ਇਸ਼ੂ ਹੋਊਗੀ, ਪੂਰੀ ਡਿਟੇਲ ਵਿੱਚ ਆਪਾਂ ਰਿਟ ਵਾਲਾ ਟੌਪਿਕ ਕਵਰ ਕੀਤਾ ਸੀਗਾ। ਤੇ ਜੇ ਪੁਰਾਣੀ ਵੀਡੀਓ ਨਹੀਂ ਦੇਖੀ ਤਾਂ ਇੱਕ ਵਾਰ ਜ਼ਰੂਰ ਦੇਖ ਲਓ, ਦੇਖੀ ਹੋਈ ਆ ਤੁਹਾਨੂੰ ਸਮਝਣ ਦੇ ਲਈ ਇੱਕ ਵਾਰ ਜ਼ਰੂਰ ਦੇਖੋ ਜੀ। ਚਲੋ ਦੇਖਦੇ ਹਾਂ। ਆਪਸ਼ਨ ਨੰਬਰ 1 ਹੈਗਾ ਸਾਡੇ ਕੋਲੇ ਹਾਈ ਕੋਰਟਸ ਅਲੋਨ, ਕਹਿੰਦੇ ਇਕੱਲੇ ਹਾਈ ਕੋਰਟ ਕਰ ਸਕਦੇ ਆ। ਸੁਪਰੀਮ ਕੋਰਟ ਅਲੋਨ, ਇਕੱਲਾ ਸੁਪਰੀਮ ਕੋਰਟ ਕਰ ਸਕਦਾ। ਥਰਡ ਆਪਸ਼ਨ ਆ ਬੋਥ ਸੁਪਰੀਮ ਕੋਰਟ ਐਂਡ ਹਾਈ ਕੋਰਟ ਦੋਨੋਂ ਮਿਲ ਕੇ ਕਰ ਸਕਦੇ ਆ। ਤੇ ਸਾਡੇ ਕੋਲ ਫੋਰਥ ਹੈਗਾ ਆਲ ਕੋਰਟਸ ਡਾਊਨ ਟੂ ਦਾ ਡਿਸਟ੍ਰਿਕਟ ਕੋਰਟ, ਕਹਿੰਦਾ ਕਿ ਜਿੰਨੇ ਵੀ ਕੋਰਟ ਆ ਇੰਡੀਆ ਵਿੱਚ, ਚਾਹੇ ਉਹ ਡਿਸਟ੍ਰਿਕਟ ਕੋਰਟ ਆ, ਹਾਈ ਕੋਰਟ ਆ, ਸੁਪਰੀਮ ਕੋਰਟ ਆ, ਸਾਰੇ ਕਰ ਸਕਦੇ ਆ। ਲੇਕਿਨ ਨਹੀਂ, ਵਿਦ ਆਰਟੀਕਲ ਨੰਬਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੁਪਰੀਮ ਕੋਰਟ ਦੇ ਕੋਲ ਕਿਹੜੇ ਆਰਟੀਕਲ ਦੇ ਅੰਡਰ ਪਾਵਰ ਆ ਰਿਟ ਇਸ਼ੂ ਕਰਨ ਦੀ, ਹਾਈ ਕੋਰਟ ਦੇ ਕੋਲ ਕਿਹੜੇ ਆਰਟੀਕਲ ਦੇ ਅੰਡਰ ਪਾਵਰ ਆ ਰਿਟ ਇਸ਼ੂ ਕਰਨ ਦੀ। ਤੇ ਸਾਡਾ ਆਨਸਰ ਹੈਗਾ ਜੀ ਆਪਸ਼ਨ ਨੰਬਰ 3 ਬੋਥ ਸੁਪਰੀਮ ਕੋਰਟ ਐਂਡ ਹਾਈ ਕੋਰਟ। ਸੁਪਰੀਮ ਕੋਰਟ ਦੇ ਕੋਲ ਆਰਟੀਕਲ 32 ਦੇ ਅੰਡਰ ਪਾਵਰ ਆ ਜੀ ਤੇ ਹਾਈ ਕੋਰਟ ਦੇ ਕੋਲ ਹੈਗਾ 226 ਦੇ ਅੰਡਰ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਅ ਬੁਲਮਾਰਕ ਆਫ ਦਾ ਪਰਸਨਲ ਫਰੀडम। ਪਰਸਨਲ ਫਰੀडम ਦੇ ਲਈ ਕਿਹੜਾ ਬੁਲਮਾਰਕ ਆ, ਮੀਨ ਸਭ ਤੋਂ ਜ਼ਰੂਰੀ ਕਿਹੜੀ ਇਹਨਾਂ ਵਿੱਚੋਂ ਰਿਟ ਆ। ਮੈਂਡਮਸ ਆਪਸ਼ਨ ਨੰਬਰ 1 ਆ, ਹੈਬਸ ਕਾਰਪਸ ਆਪਸ਼ਨ ਨੰਬਰ 2 ਆ ਜੀ ਸਾਡੇ ਕੋਲੇ, ਕੋਵਰੰਟੋ ਆਪਸ਼ਨ ਨੰਬਰ 3 ਹੈ, ਸਰਸ਼ਰੀ ਆਪਸ਼ਨ ਨੰਬਰ 4 ਹੈ। ਤੇ ਜਿਹੜਾ ਇਹਦਾ ਸਹੀ ਆਨਸਰ ਹੈ ਹੋਏਗਾ ਹੈਬਸ ਕਾਰਪਸ। ਦੇਖੋ ਮੈਂ ਬਾਰ-ਬਾਰ ਕਹਿ ਰਿਹਾ ਕਿ ਪੁਰਾਣੀ ਵੀਡੀਓ ਵਿੱਚ ਆਪਾਂ ਡਿਟੇਲ 'ਚ ਕੀਤਾ ਆ, ਤੇ ਜੇ ਤੁਸੀਂ ਉਹ ਵੀਡੀਓ ਧਿਆਨ ਨਾਲ ਦੇਖੀ ਆ ਤਾਂ ਸ਼ਾਇਦ ਮੈਨੂੰ ਆਨਸਰ ਦੱਸਣ ਦੀ ਵੀ ਲੋੜ ਨਾ ਪਵੇ, ਤੁਸੀਂ ਖੁਦ ਹੀ ਟਿਕ ਕਰ ਲਿਆ ਕਰੋ, ਇੰਨੀ ਡਿਟੇਲ 'ਚ ਆਪਾਂ ਉੱਥੇ ਐਕਸਪਲੇਨ ਕੀਤਾ। ਚਲੋ ਅੱਗੇ ਚੱਲਦੇ ਹਾਂ। ਇਹਦਾ ਆਨਸਰ ਹੈਗਾ ਜੀ ਆਪਸ਼ਨ ਨੰਬਰ 2 ਹੈਬਸ ਕਾਰਪਸ। ਕੁਐਸਚਨ ਨੰਬਰ 33 ਆ ਜੀ, ਦ ਰਿਟਸ ਫॉर द ਇਨਫੋਰਸਮੈਂਟ ਆਫ ਦ ਫੰਡਾਮੈਂਟਲ ਰਾਈਟ ਆਰ ਇਸ਼ੂਡ ਬਾਏ। ਜਿਹੜੀਆਂ ਰਿਟਸ ਆ ਫੰਡਾਮੈਂਟਲ ਰਾਈਟ ਦੀ ਐਨਫੋਰਸਮੈਂਟ ਦੇ ਲਈ ਕਿਹਦੇ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ। ਸਿੰਪਲ ਜਿਹਾ ਕੁਐਸਚਨ ਆ ਜੀ। ਪਾਰਲੀਮੈਂਟ ਤਾਂ ਨਹੀਂ ਹੋ ਸਕਦਾ, ਪ੍ਰੈਜ਼ੀਡੈਂਟ ਵੀ ਨਹੀਂ ਕਰਦਾ ਇਹਨੂੰ, ਤੇ ਕੌਣ ਕਰਦਾ ਜੀ, ਸੁਪਰੀਮ ਕੋਰਟ ਤੇ ਹਾਈ ਕੋਰਟ। ਸਾਡੇ ਕੋਲ ਆਪਸ਼ਨ ਦੇ ਵਿੱਚ ਸੁਪਰੀਮ ਕੋਰਟ ਹੀ ਆ। ਕਿਤੇ ਤੁਹਾਨੂੰ ਇਸ ਆਪਸ਼ਨ ਦੇ ਵਿੱਚ ਜੁਡੀਸ਼ਰੀ ਮਿਲ ਸਕਦਾ ਜੀ, ਤੇ ਤੁਸੀਂ ਜੁਡੀਸ਼ਰੀ ਟਿਕ ਕਰਕੇ ਆਉਣਾ। ਕਲੀਅਰ, ਜਾਂ ਜੁਡੀਸ਼ਰੀ ਮਿਲ ਸਕਦਾ ਜਾਂ ਸੁਪਰੀਮ ਕੋਰਟ ਹਾਈ ਕੋਰਟ ਦੋਨੋਂ ਮਿਲ ਸਕਦਾ ਜਾਂ ਇੱਕ ਮਿਲ ਸਕਦਾ। ਤੇ ਫੋਰਥ ਆਪਸ਼ਨ ਕੋਲ ਆਪਣੇ ਕੋਲ ਹੈਗਾ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਹ ਵੀ ਆਨਸਰ ਨਹੀਂ ਹੋ ਸਕਦਾ। ਤੇ ਆਨਸਰ ਸਾਡਾ ਆਪਸ਼ਨ ਚੌਥਾ ਵੀ ਗਲਤ ਹੈ, ਆਪਸ਼ਨ ਸੈਕੰਡ ਵੀ ਗਲਤ ਹੈ, ਫਸਟ ਵੀ ਗਲਤ ਹੈ। ਸਹੀ ਕਿਹੜਾ ਜੀ, ਥਰਡ ਆਪਸ਼ਨ। ਚਲੋ 34 ਨੰਬਰ ਕੁਐਸਚਨ ਦੇਖਦੇ ਹਾਂ। ਇਵੈਲੂਏਟ ਦਾ ਫੋਲੋਇੰਗ ਸਟੇਟਮੈਂਟ। ਥੱਲੇ ਸਟੇਟਮੈਂਟ ਦਿੱਤੀਆਂ ਗਈਆਂ, ਉਹਨਾਂ ਨੂੰ ਆਪਾਂ ਧਿਆਨ ਨਾਲ ਪੜ੍ਹਨਾ ਤੇ ਆਨਸਰ ਕਰਨਾ। ਦ ਲੀਗਲ ਇੰਟਰਪ੍ਰੀਟੇਸ਼ਨ ਆਫ ਦ ਇਕੁਐਲਿਟੀ, ਜਿਹੜੀ ਕਹਿੰਦੇ ਇੰਟਰਪ੍ਰੀਟੇਸ਼ਨ ਆਨ ਇਕੁਐਲਿਟੀ ਦੀ, ਇਜ਼ ਚੀਫਲੀ ਇਨਫਲੂਐਂਸਡ ਬਾਈ ਦ ਇਕੁਐਲਿਟੀ ਬਿਫੋਰ ਲਾਅ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਹਾਂਜੀ ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਇਕੁਐਲਿਟੀ ਦੀ ਲੀਗਲ ਡੈਫੀਨੇਸ਼ਨ ਉਹ ਇਹੀ ਆ
ਕਿ ਇਕੁਐਲਿਟੀ ਬਿਫੋਰ ਲੋ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲੋ, ਜਿਵੇਂ ਫੰਡਾਮੈਂਟਲ ਰਾਈਟ ਦੀ ਗੱਲ ਕਰਾਂ ਤੇ ਆਰਟੀਕਲ 14 ਦੇ ਅੰਡਰ ਇਹ ਆਉਂਦਾ। ਸੈਕੰਡ ਆਪਸ਼ਨ ਆ ਇਕੁਐਲਿਟੀ ਬਿਫੋਰ ਲੋ ਮੀਨਸ ਦਾ ਰੂਲ ਆਫ ਲੋ। ਬਿਲਕੁਲ ਸਹੀ ਗੱਲ ਹੈ ਜੀ, ਜਿਹੜੀ ਇਕੁਐਲਿਟੀ ਬਿਫੋਰ ਲੋ ਆ ਉਹਦਾ ਮਤਲਬ ਹੈਗਾ ਰੂਲ ਆਫ ਲੋ। ਠੀਕ ਹੈ, ਤੇ ਇਸ ਦੇ ਅਕੋਰਡਿੰਗ ਸਾਡਾ ਜਿਹੜਾ ਆਂਸਰ ਹੋ ਗਿਆ ਹੋਗਾ ਬੋਥ ਕਰੈਕਟ, ਦੋਨੋਂ ਹੀ ਸਹੀ ਆ, 1 ਵੀ ਸਹੀ ਆ ਤੇ 2 ਵੀ ਸਹੀ ਆ। ਚਲੋ ਜੀ ਕੁਐਸਚਨ ਨੰਬਰ 35 ਦੇਖਦੇ ਆ। ਆ ਰਿਟ ਇਸ਼ੂਡ ਬਾਈ ਦਾ ਸੁਪਰੀਮ ਕੋਰਟ ਕੰਪੈਲਿੰਗ ਆ ਪਬਲਿਕ ਅਥਾਰਟੀ। ਕਹਿੰਦੇ ਸੁਪਰੀਮ ਕੋਰਟ ਦੇ ਦੁਆਰਾ ਇੱਕ ਰਿਟ ਇਸ਼ੂ ਕੀਤੀ ਗਈ ਆ ਜਿਹਦੇ ਵਿੱਚ ਕੰਪੈਲ ਕੀਤਾ ਗਿਆ, ਕਿਹਨੂੰ ਕੀਤਾ ਗਿਆ ਜੀ, ਪਬਲਿਕ ਅਥਾਰਟੀ ਨੂੰ, ਕੀ ਕਰਨ ਦੇ ਲਈ, ਟੂ ਪਰਫਾਰਮ ਇਟਸ ਮੈਂਡੇਟਰੀ ਡਿਊਟੀ, ਜਿਹੜੀ ਉਹਦੀ ਜ਼ਰੂਰੀ ਡਿਊਟੀ ਆ ਜੀ ਉਹਨੂੰ ਪਰਫਾਰਮ ਕਰੋ। ਦੇਖੋ ਰਿਟ ਤੋਂ ਕੁਐਸਚਨ ਬਾਰ-ਬਾਰ ਆ ਰਹੇ ਆ, ਆਪਾਂ ਰਿਟਸ ਨੂੰ ਧਿਆਨ ਨਾਲ ਕੀਤਾ, ਬਿਲਕੁਲ ਲਾਸਟ ਵੀਡੀਓ ਦੇ ਵਿੱਚ ਬਿਲਕੁਲ ਡਿਟੇਲ ਦੇ ਨਾਲ ਉਹੀ ਗੱਲਾਂ ਜਿਹੜੀਆਂ ਮੈਂ ਕਹੀਆਂ ਉਹਨਾਂ ਗੱਲਾਂ ਨੂੰ ਇੰਪਲੀਮੈਂਟ ਕਰਦੇ ਕਰਦੇ ਉਹੀ ਵਰਡਸ, ਦੇਖੋ ਪਬਲਿਕ ਅਥਾਰਟੀ ਮੈਂ ਕਿਹਾ ਸੀਗਾ ਉਸ ਵੀਡੀਓ ਦੇ ਵਿੱਚ ਵੀ, ਤੇ ਜ਼ਿਆਦਾ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਇਹਦਾ ਆਨਸਰ ਹੈਗਾ ਮੈਂਡੇਮਸ, ਕਿਉਂਕਿ ਮੈਂਡੇਮਸ ਇਹ ਰਿਟ ਆ ਜਿਹੜੀ ਕਿ ਕਿਸੇ ਪਬਲਿਕ ਅਥਾਰਟੀ ਨੂੰ ਇਸ਼ੂ ਕੀਤੀ ਜਾ ਸਕਦੀ ਹੈ ਜਦੋਂ ਉਹ ਕੰਮ ਨਾ ਕਰੇ। ਚਲੋ ਅੱਗੇ ਚੱਲਦੇ ਹਾਂ। 36 ਨੰਬਰ ਕੁਐਸਚਨ, ਬਾਈ ਵਿਚ ਆਫ ਦਾ ਫੋਲੋਇੰਗ ਮੋਡਸ ਕੈਨ ਸਿਟੀਜ਼ਨ ਕੈਨ ਐਕਵਾਇਰ, ਜਿਹੜੀ ਸਿਟੀਜ਼ਨਸ਼ਿਪ ਆ ਉਹ ਕਿਹੜੇ ਤਰੀਕਿਆਂ ਨਾਲ ਅਸੀਂ ਐਕਵਾਇਰ ਕਰ ਸਕਦੇ ਹਾਂ, ਨੀਚੇ ਤਰੀਕੇ ਦੱਸੇ ਗਏ ਆ, ਬਾਈ ਬਰਥ, ਉਦੋਂ ਬਾਅਦ ਹੈਗਾ ਹੈਰੀਡੇਟਰੀ, ਤੀਜਾ ਆਪਸ਼ਨ ਹੈਗਾ ਬਾਈ ਰਜਿਸਟ੍ਰੇਸ਼ਨ, ਚੌਥਾ ਆਪਸ਼ਨ ਹੈਗਾ ਬਾਈ ਰਿਕੁਐਸਟ। ਦੇਖੋ ਜੀ ਬਾਈ ਰਿਕੁਐਸਟ ਤਾਂ ਕੋਈ ਸਿਟੀਜ਼ਨਸ਼ਿਪ ਨਹੀਂ ਮਿਲੂਗੀ, ਠੀਕ ਹੈ, ਤੇ ਸਾਡਾ ਆਪਸ਼ਨ ਫੋਰਥ ਵੀ ਨਹੀਂ ਹੋ ਸਕਦਾ, ਇਹ 'ਚ ਬਾਈ ਆਪਸ਼ਨ ਸਾਡੇ ਕੋਲ ਫੋਰਥ ਆਪਸ਼ਨ ਆ ਜੀ। ਹਾਂਜੀ ਇੱਕ ਹੋਰ ਗੱਲ ਮੈਂ ਦੱਸਦਾ, ਐਲੀਮੀਨੇਸ਼ਨ ਮੈਥਡ ਕਿਵੇਂ ਯੂਜ਼ ਹੁੰਦਾ, ਇੰਨਾ ਸਾਨੂੰ ਪਤਾ ਕਿ ਬਾਈ ਬਰਥ ਤਾਂ ਹੋਊਗੀ ਹੀ, ਜੇ ਕੋਈ ਇਦਾਂ ਦਾ ਕੁਐਸਚਨ ਆ ਗਿਆ ਉਹਦੇ ਵਿੱਚ ਇਨਫੋਰਮੇਸ਼ਨ ਦੇ ਨਾਲ ਨਾਲ ਐਲੀਮੀਨੇਸ਼ਨ ਮੈਥਡ ਯੂਜ਼ ਕਰਨਾ ਬਹੁਤ ਜ਼ਰੂਰੀ ਆ। ਸਾਨੂੰ ਕਲੈਰਿਟੀ ਆ ਕਿ ਬਾਈ ਬਰਥ ਤਾਂ ਹੈ ਹੀ ਹੈ ਜੀ, ਠੀਕ ਹੈ, ਤੇ ਬਾਈ ਬਰਥ ਦੇ ਵਿੱਚ ਸਾਡੇ ਕੋਲ ਆਪਸ਼ਨ ਫਸਟ ਵੀ ਹੈਗਾ, ਸੈਕੰਡ ਵੀ ਹੈਗਾ, ਥਰਡ ਦੇ ਵਿੱਚ ਸਾਡੇ ਕੋਲ ਬਾਈ ਬਰਥ ਨਹੀਂ ਹੈਗਾ, ਇਹ ਵੀ ਨਹੀਂ ਆਨਸਰ ਹੋ ਸਕਦਾ, ਆਨਸਰ ਸਾਡਾ ਚੌਥਾ ਵੀ ਨਹੀਂ ਹੋ ਸਕਦਾ ਜੀ। ਬਚੇ 2, 50-50 ਹੋ ਗਿਆ। ਹੈਰੀਡੇਟਰੀ, ਰਜਿਸਟ੍ਰੇਸ਼ਨ, ਸਾਨੂੰ ਪਤਾ ਕਿ ਰਜਿਸਟ੍ਰੇਸ਼ਨ ਇੱਕ ਇੰਪੋਰਟੈਂਟ ਪਾਰਟ ਆ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰਨ ਦਾ, ਤੇ ਆਪਸ਼ਨ ਨੰਬਰ 3 ਸਾਡੇ ਕੋਲ ਇਸ ਦੇ ਵਿੱਚ ਆ, ਠੀਕ ਹੈ ਜੀ, ਤੇ ਸਾਡਾ ਆਨਸਰ ਕੀ ਹੋਊਗਾ ਜੀ, ਆਪਸ਼ਨ ਨੰਬਰ 2 ਇਜ਼ ਦਾ ਕਰੈਕਟ ਆਨਸਰ। ਜੇ ਆਪਾਂ ਸਿਟੀਜ਼ਨਸ਼ਿਪ ਦੇ ਬਾਰੇ ਗੱਲ ਕਰੀਏ ਜੀ, ਸਿਟੀਜ਼ਨਸ਼ਿਪ ਹੈ ਜੋ ਉਹ ਪਾਰਟ 2 ਦੇ ਵਿੱਚ ਆਉਂਦਾ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ, ਇੰਪੋਰਟੈਂਟ ਗੱਲ ਆ ਜੀ, ਪਾਰਟ 2, ਠੀਕ ਆ, ਤੇ ਇਹਦੇ ਲਈ ਜਿਹੜੇ ਆਰਟੀਕਲ 5 ਤੋਂ ਲੈ ਕੇ 11 ਤੱਕ ਆ, ਤੇ ਗੱਲ ਹੋਰ ਧਿਆਨ ਰੱਖਿਓ, ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ ਦਿੱਤੇ ਗਏ ਆ ਇਹਨਾਂ ਵਿੱਚ ਕੁਝ ਗੱਲਾਂ ਇਹ ਦੱਸੀਆਂ ਗਈਆਂ ਕਿ ਜਦੋਂ ਅਸੀਂ ਕਨਸਟੀਟਿਊਸ਼ਨ ਦੀ ਕਮੈਂਸਮੈਂਟ ਕੀਤੀ ਆ ਉਸ ਟਾਈਮ ਤੇ ਸਿਟੀਜ਼ਨ ਕੌਣ ਹੋਣਗੇ, ਇੱਕ ਤਾਂ ਇਹ ਗੱਲ ਦੱਸੀ ਹੋਈ ਆ ਜਿਵੇਂ ਕਿ ਕਿਹੜੇ ਕਿੱਥੋਂ ਆਇਆ, ਇੰਡੀਆ ਦੇ ਸੀਗੇ ਜਾਂ ਬਾਹਰੋਂ ਆਇਆ ਵਗੈਰਾ ਵਗੈਰਾ। ਸੈਕੰਡ ਗੱਲ ਇਹ ਦੱਸੀ ਗਈ ਆ ਇਹਨਾਂ ਆਰਟੀਕਲਸ ਦੇ ਵਿੱਚ ਕਿ ਉਸ ਤੋਂ ਬਾਅਦ ਉਸ ਪਾਰਟੀਕੂਲਰ ਡੇਟ ਤੋਂ ਬਾਅਦ, ਜਿਵੇਂ ਅੱਜ ਦੀ ਗੱਲ ਕਰੀਏ ਤਾਂ ਇਹ ਸਿਟੀਜ਼ਨਸ਼ਿਪ ਦੇ ਰਿਲੇਟਡ, ਠੀਕ ਹੈ ਜੀ, ਸਿਟੀਜ਼ਨਸ਼ਿਪ ਦੇ ਰਿਲੇਟਡ ਪਾਵਰ ਕਿਹਦੇ ਕੋਲ ਹੋਊਗੀ, ਉਹ ਹੈਗਾ ਜੀ ਪਾਰਲੀਮੈਂਟ। ਇਹ ਦੋ ਗੱਲਾਂ ਇਹਨਾਂ ਆਰਟੀਕਲਸ ਦੇ ਵਿੱਚ ਦੱਸੀਆਂ ਗਈਆਂ। ਚਲਿਏ ਅੱਗੇ, ਚਲੋ 37 ਕੁਐਸਚਨ ਨੰਬਰ ਆ, ਇਨ ਵਿਚ ਆਫ ਦਾ ਫੋਲੋਇੰਗ ਕੇਸ, ਕਹਿੰਦੇ ਨੀਚੇ ਕੁਝ ਕੇਸ ਦਿੱਤੇ ਗਏ ਆ ਉਹਨਾਂ ਵਿੱਚੋਂ ਸੁਪਰੀਮ ਕੋਰਟ ਹੈਲਡ ਦੈਟ ਕਿ ਫੰਡਾਮੈਂਟਲ ਰਾਈਟ ਆਰ ਅਨਅਮੈਂਡੇਬਲ। ਕਿਹੜੇ ਕੇਸ ਦੇ ਵਿੱਚ ਕਿਹਾ ਗਿਆ ਸੀਗਾ ਸੁਪਰੀਮ ਕੋਰਟ ਦੇ ਦੁਆਰਾ ਕਿ ਫੰਡਾਮੈਂਟਲ ਰਾਈਟ ਅਨਅਮੈਂਡੇਬਲ ਆ। ਦੇਖੋ ਅਮੈਂਡਮੈਂਟ ਤੇ ਅਨਅਮੈਂਡੇਬਿਲਟੀ ਫੰਡਾਮੈਂਟਲ ਰਾਈਟ ਨੂੰ ਲੈ ਕੇ ਕਾਫੀ ਟਾਈਮ ਤੇ ਇਹ ਇਸ਼ੂ ਚੱਲਦਾ ਰਿਹਾ ਸੀਗਾ, ਤੇ ਜਿਹੜੀ ਇਹ ਲੜਾਈ ਸੀਗੀ ਕਿ ਪਾਰਲੀਮੈਂਟ ਉੱਪਰ ਆ ਕਿ ਫੰਡਾਮੈਂਟਲ ਰਾਈਟ ਕੋ ਪਾਵਰ ਜ਼ਿਆਦਾ ਆ, ਇਹ ਆ ਕੇ ਖਤਮ ਹੋਈ ਸੀਗੀ ਕੇਸ਼ਵਨੰਦ ਭਾਰਤੀ ਕੇਸ ਦੇ ਵਿੱਚ, ਠੀਕ ਹੈ, 1971 ਦੇ ਵਿੱਚ ਆਇਆ ਸੀਗਾ। ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਯੈਸ ਪਾਰਲੀਮੈਂਟ ਜਿਹੜਾ ਹੈ ਉਹ ਕਨਸਟੀਟਿਊਸ਼ਨ ਦੇ ਕਿਸੇ ਵੀ ਪਾਰਟ ਨੂੰ ਅਮੈਂਡ ਕਰ ਸਕਦਾ, ਠੀਕ ਹੈ ਜੀ, ਉਹਨੇ ਕਹਿਤਾ ਸੀਗਾ ਕਿ ਕਿਸੇ ਵੀ ਪਾਰਟ ਨੂੰ ਅਮੈਂਡ ਕਰ ਸਕਦਾ। ਪਾਰਲੀਮੈਂਟ ਪੂਰੀ ਖੁਸ਼ ਸੀਗੀ ਕਿ ਸਾਡੇ ਕੋਲ ਪਾਵਰ ਆ ਗਈ ਆ, ਲੇਕਿਨ ਇੱਥੇ ਸੁਪਰੀਮ ਕੋਰਟ ਨੇ ਇੱਕ ਪ੍ਰਿੰਸੀਪਲ ਇਸ਼ੂ ਕਰਤਾ ਸੀਗਾ, ਪ੍ਰਿੰਸੀਪਲ ਇਨੀਸ਼ੀਏਟ ਕੀਤਾ ਜਿਹਦਾ ਨਾਮ ਹੈਗਾ ਜੀ ਬੇਸਿਕ ਸਟਰਕਚਰ ਦਾ ਪ੍ਰਿੰਸੀਪਲ। ਬੇਸਿਕ ਸਟਰਕਚਰ ਦਾ ਪ੍ਰਿੰਸੀਪਲ ਬਹੁਤ ਇੰਪੋਰਟੈਂਟ ਗੱਲ ਆ, ਨੋਟ ਕਰ ਲਿਓ। ਬੇਸਿਕ ਸਟਰਕਚਰ ਦਾ ਪ੍ਰਿੰਸੀਪਲ ਇਹ ਲੈ ਕੇ ਆਏ ਸੀ ਕੇਸ਼ਵਨੰਦ ਭਾਰਤੀ ਕੇਸ ਦੇ ਵਿੱਚ। ਤੇ ਫਿਰ ਪਾਰਲੀਮੈਂਟ ਨੇ ਪੁੱਛਿਆ ਕਿ ਸਰ ਜੀ ਇਹ ਬੇਸਿਕ ਸਟਰਕਚਰ ਕੀ ਹੈ, ਉਹ ਕਹਿੰਦੇ ਤੁਸੀਂ ਅਮੈਂਡਮੈਂਟ ਕਰੋ, ਜੋ ਵੀ ਅਮੈਂਡਮੈਂਟ ਕਰੋਗੇ ਉਦੋਂ ਬਾਅਦ ਉਹ ਸਾਡੇ ਕੋਲ ਆਊਗੀ ਚੈੱਕ ਹੋਣ ਦੇ ਲਈ, ਸਾਡੇ ਕੋਲ ਮੀਨਸ ਜੁਡੀਸ਼ਰੀ ਕੋਲ ਆਊਗੀ, ਅਸੀਂ ਦੇਖਾਂਗੇ ਕਿ ਇਹ ਬੇਸਿਕ ਸਟਰਕਚਰ ਨੂੰ ਵਾਇਲੇਟ ਕਰ ਰਹੀ ਹੈ ਕਿ ਨਹੀਂ ਕਰ ਰਹੀ। ਜੇ ਤਾਂ ਨਹੀਂ ਕਰੂਗੀ ਤਾਂ ਅਸੀਂ ਅਮੈਂਡਮੈਂਟ ਨੂੰ ਕਹਿ ਦਾਂਗੇ ਕਿ ਓਕੇ ਆ, ਜੇ ਬੇਸਿਕ ਸਟਰਕਚਰ ਨੂੰ ਵਾਇਲੇਟ ਕਰੂਗੀ ਤੇ ਅਸੀਂ ਕਹਾਂਗੇ ਇਹ ਅਮੈਂਡਮੈਂਟ ਨਹੀਂ ਹੋ ਸਕਦੀ। ਪਾਰਲੀਮੈਂਟ ਨੇ ਫਿਰ ਪੁੱਛਿਆ ਸਰ ਜੀ ਇਹਦੀ ਡੈਫੀਨੇਸ਼ਨ ਕੀ ਹੈ ਬੇਸਿਕ ਸਟਰਕਚਰ ਦੀ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ, ਇਹ ਸਾਨੂੰ ਹੀ ਪਤਾ ਹੈ ਤੇ ਅਸੀਂ ਦੱਸਾਂਗੇ ਟਾਈਮ ਟੂ ਟਾਈਮ ਕਿਹੜੀ ਚੀਜ਼ ਬੇਸਿਕ ਸਟਰਕਚਰ ਦਾ ਪਾਰਟ ਹੈ, ਕਿਹੜੀ ਚੀਜ਼ ਨਹੀਂ ਹੈ। ਕਲੀਅਰ ਹੈ ਜੀ। ਲੇਕਿਨ ਇੱਥੇ ਕੁਐਸਚਨ ਆ ਕਿ ਅਨਅਮੈਂਡੇਬਲ, ਕਿ ਇਹ ਅਮੈਂਡ ਹੀ ਨਹੀਂ ਹੋ ਸਕਦੇ। ਇਹ ਗੱਲ ਹੋਈ ਸੀ ਗੋਪਾਲਨ ਕੇਸ ਦੇ ਵਿੱਚ, ਠੀਕ ਹੈ, ਤਾਂ ਟਿਕ ਕਰ ਲਓ ਸਾਡਾ ਆਪਸ਼ਨ ਨੰਬਰ 4।
ਇੱਥੇ ਕਿਹਾ ਸੀਗਾ ਕਿ ਫੰਡਾਮੈਂਟਲ ਰਾਈਟ ਅਮੈਂਡ ਹੋ ਹੀ ਨਹੀਂ ਸਕਦੇ, ਲੇਕਿਨ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਕਹਿ ਦਿੱਤਾ ਸੀਗਾ ਕਿ ਹੋ ਸਕਦੇ ਆ। ਫਿਰ ਅਸੀਂ ਦੱਸਾਂਗੇ ਕਿ ਇਹ ਬੇਸਿਕ ਸਟਰਕਚਰ ਨੂੰ ਵਾਇਲੇਟ ਕਰ ਰਿਹਾ ਕਿ ਨਹੀਂ ਕਰ ਰਿਹਾ। ਚਲੋ ਨੈਕਸਟ ਕੁਐਸਚਨ ਆ ਸਾਡੇ ਕੋਲੇ, ਡਾਇਰੈਕਟਿਵ ਪ੍ਰਿੰਸੀਪਲਸ ਇਨ ਦਾ ਕਨਸਟੀਟਿਊਸ਼ਨ ਆਰ। ਕਹਿੰਦੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਹ ਕੀ ਨੇ? ਐਨਫੋਰਸੇਬਲ ਇਨ ਦਾ ਕੋਰਟ ਆਫ ਲਾਅ, ਇਹਨਾਂ ਨੂੰ ਇਨਫੋਰਸੇਬਲ ਕੀਤਾ ਜਾ ਸਕਦਾ। ਕੁਆਸੀ ਐਨਫੋਰਸੇਬਲ, ਕੁਛ ਹੋ ਸਕਦੇ ਕੁਛ ਨਹੀਂ ਹੋ ਸਕਦੇ। ਪਾਰਸ਼ਲੀ ਨॉन ਇਨਫੋਰਸੇਬਲ, ਕੁਛ ਨਹੀਂ ਹੋ ਸਕਦੇ ਕੁਛ ਹੋ ਸਕਦੇ ਆ। ਸੇਮ 2 ਨੂੰ ਨੈਗੇਟਿਵ ਨਾਲ 3 ਚ ਸ਼ੋ ਕੀਤਾ ਗਿਆ। ਆਪਸ਼ਨ ਨੰਬਰ 4 ਆ ਨॉन ਇਨਫੋਰਸੇਬਲ ਇਨ ਕੋਰਟ ਆਫ ਲਾਅ, ਇਹਨਾਂ ਨੂੰ ਇਨਫੋਰਸੇਬਲ ਨਹੀਂ ਕੀਤਾ ਜਾ ਸਕਦਾ। ਬਿਲਕੁਲ ਸਹੀ ਆਨਸਰ ਹੈ ਸਾਡਾ ਜੀ ਆਪਸ਼ਨ ਨੰਬਰ 4। ਜਿਹੜੇ ਸਾਡੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਿਹਨੂੰ ਅਸੀਂ ਸ਼ਾਰਟ ਫਾਰਮ ਚ ਕਹਿੰਦੇ ਆ DPSP, ਇਹ ਨॉन ਜਸਟਿਸੀਏਬਲ ਆ। ਕੀ ਆ ਜੀ ਸਾਡੇ ਕੋਲੇ? ਨॉन ਜਸਟਿਸੀਏਬਲ, ਠੀਕ ਹੈ। ਇਸੇ ਕਰਕੇ ਅਸੀਂ ਇਹਨਾਂ ਨੂੰ ਨॉन ਇਨਫੋਰਸੇਬਲ ਵੀ ਕਹਾਂਗੇ। ਮੀਨਸ ਜੇ ਇਹਨਾਂ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਆਪਾਂ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੂੰ ਚੈਲੰਜ ਨਹੀਂ ਕਰ ਸਕਦੇ। ਚਲੋ ਨੈਕਸਟ ਕੁਐਸਚਨ ਹੈ ਸਾਡੇ ਕੋਲੇ, ਵਿਚ ਆਫ ਦਾ ਫੋਲੋਇੰਗ ਐਕਸਪ੍ਰੈਸ਼ਨ ਡਜ਼ ਨਾਟ ਫਿਗਰ ਇਨ ਦਾ ਪ੍ਰੀਐਮਬਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿਹੜੀ ਚੀਜ਼ ਨੂੰ ਨਹੀਂ ਰਿਪਰੈਜ਼ੈਂਟ ਕੀਤਾ ਗਿਆ ਜਾਂ ਸਾਨੂੰ ਨਹੀਂ ਮਿਲਦੀ? ਜਦੋਂ ਅਸੀਂ ਪ੍ਰੀਐਮਬਲ ਨੂੰ ਪੜ੍ਹਾਂਗੇ ਇੰਡੀਅਨ ਕਨਸਟੀਟਿਊਸ਼ਨ ਦੇ, ਉੱਥੇ ਸਾਨੂੰ ਇਹਨਾਂ ਵਿੱਚੋਂ ਕਿਹੜੀ ਚੀਜ਼ ਨਹੀਂ ਮਿਲੂਗੀ? ਇਹ ਵੀ ਮੈਂ ਲਾਸਟ ਕਲਾਸ ਦੇ ਵਿੱਚ ਡਿਟੇਲ ਵਿੱਚ ਦੱਸਿਆ ਸੀਗਾ ਪ੍ਰੀਐਮਬਲ ਵੀ, ਠੀਕ ਹੈ। ਸਾਡੇ ਕੋਲੇ ਫਸਟ ਆਪਸ਼ਨ ਹੈਗਾ ਜੀ ਸੋਵਰਨ ਡੈਮੋਕ੍ਰੈਟਿਕ ਰਿਪਬਲਿਕ, ਸੈਕੰਡ ਹੈਗਾ ਸਾਡੇ ਕੋਲੇ ਸੋਸ਼ਲਿਸਟ, ਥਰਡ ਹੈਗਾ ਸੈਕੂਲਰ ਤੇ ਫੋਰਥ ਹੈਗਾ ਫੈਡਰਲ। ਜੇ ਤੁਸੀਂ ਪ੍ਰੀਐਮਬਲ ਨੂੰ ਧਿਆਨ ਨਾਲ ਪੜ੍ਹਾਂਗੇ ਆਪਾਂ ਸਾਨੂੰ ਪਤਾ ਲੱਗਦਾ ਕਿ ਉਹਦੇ ਵਿੱਚ ਫੈਡਰਲ ਵਰਡ ਨਹੀਂ ਆਉਂਦਾ, ਠੀਕ ਹੈ ਜੀ। ਤੇ ਸਾਡਾ ਆਨਸਰ ਹੋ ਗਿਆ ਫੈਡਰਲ। ਆਪਸ਼ਨ ਨੰਬਰ 4 ਇਜ਼ ਦਾ ਕਰੈਕਟ ਆਨਸਰ। ਚਲੋ ਨੈਕਸਟ ਕੁਐਸਚਨ ਚੱਲਦੇ ਹਾਂ। ਰਾਈਟ ਟੂ ਪ੍ਰੋਪਰਟੀ ਵਾਜ਼ ਰਿਮੂਵਡ ਫਰੋਮ ਦਾ ਫੰਡਾਮੈਂਟਲ ਰਾਈਟਸ ਡਿਊਰਿੰਗ ਦਾ ਰੂਲ ਆਫ। ਕਹਿੰਦੇ ਕਿਹਨਾਂ ਦਾ ਰੂਲ ਸੀਗਾ ਜਦੋਂ ਫੰਡਾਮੈਂਟਲ ਰਾਈਟ ਦੇ ਵਿੱਚੋਂ ਰਾਈਟ ਟੂ ਪ੍ਰੋਪਰਟੀ ਨੂੰ ਕੱਢਿਆ ਗਿਆ, ਠੀਕ ਆ। ਸਾਨੂੰ ਯਾਦ ਆ ਕਿ ਰਾਈਟ ਟੂ ਪ੍ਰੋਪਰਟੀ 44th ਅਮੈਂਡਮੈਂਟ ਦੇ ਵਿੱਚ 1978 ਦੇ ਵਿੱਚ ਫੰਡਾਮੈਂਟਲ ਰਾਈਟ ਦੀ ਕੈਟੇਗਰੀ ਚੋਂ ਕੱਢ ਕੇ ਆਰਟੀਕਲ 300A ਵਿੱਚ ਰੱਖ ਦਿੱਤੇ ਗਏ ਸੀਗੇ। ਤੇ ਉਸ ਟਾਈਮ ਤੇ 1978 ਦੀ ਗੱਲ ਕਰੀਏ ਤੇ ਮੁਰਾਰਜੀ ਦੇਸਾਈ ਦੀ ਗਵਰਨਮੈਂਟ ਸੀਗੀ। ਤੇ ਆਪਸ਼ਨ ਨੰਬਰ 2 ਹੋ ਗਿਆ ਸਾਡਾ ਕਰੈਕਟ ਆਨਸਰ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। 41st ਨੰਬਰ ਕੁਐਸਚਨ ਹੋ ਗਿਆ, ਦਾ ਚੈਪਟਰ ਆਫ ਫੰਡਾਮੈਂਟਲ ਡਿਊਟੀਜ਼ ਇਨਕਲੂਡ। ਕਹਿੰਦੇ ਜਿਹੜੀ ਫੰਡਾਮੈਂਟਲ ਡਿਊਟੀਜ਼ ਦਾ ਚੈਪਟਰ ਆ ਉਹ ਇਨਕਲੂਡ ਕੀਤਾ ਗਿਆ। ਆਪਸ਼ਨ ਨੰਬਰ ਫਸਟ ਹੈ ਆਪਣੇ ਕੋਲ ਡਿਊਟੀ ਟੂ ਚੈਰਿਸ਼ ਐਂਡ ਫੋਲੋ ਦਾ ਨੋਬਲ ਆਈਡੀਆਜ਼ ਵਿਚ ਇਨਸਪਾਇਰਡ ਆਊਟ ਫਰੀडम ਮੂਵਮੈਂਟ। ਕਹਿੰਦੇ ਇਦਾਂ ਦੇ ਆਈਡੀਆ ਨੂੰ ਅਸੀਂ ਚੈਰਿਸ਼ ਕਰਨਾ ਆ, ਉਹਨਾਂ ਨੂੰ ਫੋਲੋ ਕਰਨਾ ਆ ਜਿਨ੍ਹਾਂ ਕਰਕੇ ਸਾਨੂੰ ਫਰੀडम ਮਿਲੀ ਆ ਜੀ। ਸੈਕੰਡ ਸਾਡੇ ਕੋਲ ਫੰਡਾਮੈਂਟਲ ਡਿਊਟੀ ਦੱਸੀ ਗਈ ਕਿਹੜੀ ਹੈ ਜੀ? ਡਿਊਟੀ ਟੂ ਵੋਟ ਇਨ ਜਨਰਲ ਇਲੈਕਸ਼ਨ, ਕਿ ਅਸੀਂ ਵੋਟ ਕਰਨਾ ਨਾ ਜੀ, ਇਹ ਵੀ ਹੈ ਨਹੀਂ ਗੀ ਸਾਡੇ ਕੋਲ ਤਾਂ। ਡਿਊਟੀ ਟੂ ਪ੍ਰਮੋਟ ਦਾ ਸੈਂਸ ਆਫ ਫਰੈਟਰਨਿਟੀ ਅਮੰਗ ਦਾ ਪੀਪਲ, ਨਾ ਜੀ ਫਰੈਟਰਨਿਟੀ ਦੀ ਗੱਲ ਵੀ ਕਿਤੇ ਨਹੀਂ ਕੀਤੀ ਗਈ। ਡਿਊਟੀ ਟੂ ਸਟਿਕ ਟੂ ਦਾ ਪੋਲੀਟੀਕਲ ਪਾਰਟੀਜ਼ ਔਨ ਹੋਲ ਟਿਕਟ, ਠੀਕ ਆ, ਹੂਜ਼ ਟਿਕਟ ਵਨਸ ਕੰਟੈਸਟ ਇਲੈਕਸ਼ਨ, ਕਿ ਜਿਹਦੀ ਪਾਰਟੀ ਦੇ ਇਲੈਕਸ਼ਨ ਚਿੰਨ੍ਹ ਤੋਂ ਬੰਦਾ ਲੜਿਆ ਉੱਤੇ ਸਟ੍ਰਿਕਟ ਰਹਿਣਾ, ਇਹ ਵੀ ਨਹੀਂ ਹੈਗਾ ਸਾਡੇ ਕੋਲੇ। ਇਹ ਤਾਂ ਗੱਲ ਉਹ ਐਂਟੀ ਡਿਫੈਕਸ਼ਨ ਲਾਅ ਵਾਲੀ ਹੋਗੀ, ਆਪਾਂ ਅੱਗੇ ਕਿਤੇ ਕਰਾਂਗੇ। ਤੇ ਸਾਡੇ ਕੋਲ ਜਿਹੜਾ ਸਹੀ ਆਨਸਰ ਹੋ ਗਿਆ ਆਪਸ਼ਨ ਨੰਬਰ ਫਸਟ। ਟੋਟਲ 11 ਫੰਡਾਮੈਂਟਲ ਡਿਊਟੀਜ਼ ਆ, ਇਹਨਾਂ ਨੂੰ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ ਸੀਗਾ ਬਾਅਦ ਦੇ ਵਿੱਚ। ਸਟਾਰਟਿੰਗ ਵਿੱਚ ਇਹ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਹੈਗੀਆਂ ਸੀਗੀਆਂ, ਇਹਨਾਂ ਨੂੰ ਬਾਅਦ 'ਚ ਅਸੀਂ ਐਡ ਕੀਤਾ ਗਿਆ 1976 ਦੇ ਵਿੱਚ। ਅੱਗੇ ਆਉਣਗੇ ਫੰਡਾਮੈਂਟਲ ਡਿਊਟੀ ਨੂੰ ਲੈ ਕੇ ਟੌਪਿਕ, ਆਪਾਂ ਡਿਟੇਲ 'ਚ ਕਰਾਂਗੇ ਜੀ, ਠੀਕ ਹੈ। ਚਲੋ ਕੁਐਸਚਨ ਨੰਬਰ 42 ਵਿਚ ਪਾਰਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ, ਕਹਿੰਦੇ ਇੰਡੀਅਨ ਕਨਸਟੀਟਿਊਸ਼ਨ ਦਾ ਕਿਹੜਾ ਪਾਰਟ ਡੀਲ ਕਰਦਾ ਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੂੰ? ਸਾਡੇ ਕੋਲੇ ਪਾਰਟ ਫਸਟ ਆ, ਪਾਰਟ ਥਰਡ ਆ, ਪਾਰਟ 4 ਆ, ਪਾਰਟ 5 ਆ ਜੀ। ਚਲੋ ਪਾਰਟ ਫਸਟ ਦਾ ਗੱਲ ਕਰਦਾ ਆ 1 to 4 ਆਰਟੀਕਲ ਦੇ ਰਿਲੇਟਡ, ਥਰਡ ਗੱਲ ਕਰਦਾ ਜੀ ਫੰਡਾਮੈਂਟਲ ਰਾਈਟ ਦੇ ਰਿਲੇਟਡ, ਫੋਰਥ ਕਰਦਾ ਆ DPSP ਦੇ ਰਿਲੇਟਡ। ਤੇ ਸਾਡਾ ਆਨਸਰ ਕੀ ਹੋ ਗਿਆ ਜੀ? ਆਪਸ਼ਨ ਨੰਬਰ 3 ਪਾਰਟ ਨੰਬਰ 4 ਰਿਲੇਟਡ ਟੂ ਦਾ DPSP। ਤੇ ਜਿਹੜਾ ਪਾਰਟ 5 ਆ ਇਹ ਗੱਲ ਕਰਦਾ ਸਾਡੇ ਪਾਰਲੀਮੈਂਟ ਦੇ ਬਾਰੇ, ਜਿਵੇਂ ਪ੍ਰੈਜ਼ੀਡੈਂਟ ਹੋ ਗਿਆ ਆਪਣੇ, ਠੀਕ ਆ ਜੀ, ਪ੍ਰਾਈਮ ਮਿਨਿਸਟਰ ਦੀ ਅਪਾਇੰਟਮੈਂਟ ਦੇ ਰਿਲੇਟਡ ਇਹ ਸਾਰਾ ਕੁਝ। ਫਿਰ ਸਾਡੇ ਕੋਲ ਹੈਗਾ ਨੈਕਸਟ ਕੁਐਸਚਨ, ਹਾਊ ਮੈਨੀ ਟਾਈਪ ਆਫ ਰਿਟ ਕੈਨ ਇਸ਼ੂਡ ਬਾਈ ਦਾ ਸੁਪਰੀਮ ਕੋਰਟ। ਕਹਿੰਦੇ ਸੁਪਰੀਮ ਕੋਰਟ ਦੇ ਦੁਆਰਾ ਕਿੰਨੇ ਤਰ੍ਹਾਂ ਦੀਆਂ ਰਿਟ ਇਸ਼ੂ ਕੀਤੀਆਂ ਜਾ ਸਕਦੀਆਂ? ਆਪਸ਼ਨ ਸਾਡੇ ਕੋਲ ਹੈਗਾ ਜੀ 2 3 5 6। ਤੇ ਜਿਨ੍ਹਾਂ ਨੇ ਲੈਕਚਰ ਦੇਖੇ ਆ ਪਤਾ ਹੋਊਗਾ ਆਨਸਰ ਕੀ ਹੋਊਗਾ 5। ਚਲੋ ਨੈਕਸਟ ਕੁਐਸਚਨ ਸਾਡੇ ਕੋਲੇ 44 ਨੰਬਰ ਕੁਐਸਚਨ, ਦਾ ਪ੍ਰੀਐਮਬਲ ਆਫ ਆਵਰ ਕਨਸਟੀਟਿਊਸ਼ਨ ਰੀਡਸ ਇੰਡੀਆ ਐਜ਼। ਕਹਿੰਦੇ ਇੰਡੀਆ ਨੂੰ ਕਿਵੇਂ ਰੀਡ ਕਰਦਾ ਸਾਡਾ ਪ੍ਰੀਐਮਬਲ, ਠੀਕ ਹੈ। ਜਿਵੇਂ ਪ੍ਰੀਐਮਬਲ ਦੀ ਥੋੜੀ ਜਿਹੀ ਅੱਜ ਹੋਰ ਗੱਲ ਦੱਸਾਂ, ਪ੍ਰੀਐਮਬਲ ਅਸੀਂ USA, ਦੇਖੋ USA ਇਦਾਂ ਦੀ ਕੰਟਰੀ ਸੀਗੀ ਜਿੱਥੇ ਫਸਟ ਪ੍ਰੀਐਮਬਲ ਯੂਜ਼ ਕੀਤਾ ਗਿਆ ਸੀਗਾ।
ਇਸ ਤੋਂ ਪਹਿਲਾਂ ਕੋਈ ਵੀ ਕੰਟਰੀ ਪ੍ਰੀਐਂਬਲ ਨੂੰ ਯੂਜ਼ ਨਹੀਂ ਸੀ ਕਰਦੀ ਆਪਦੇ ਕਨਸਟੀਟਿਊਸ਼ਨ ਦੇ ਵਿੱਚ, ਲੇਕਿਨ ਯੂਐਸਏ ਨੇ ਕੀਤਾ। ਠੀਕ ਹੈ ਜੀ। ਤੇ ਪ੍ਰੀਐਂਬਲ ਇੰਡੀਆ ਦੇ ਵਿੱਚ ਕਿਵੇਂ ਆਇਆ? ਇੱਕ ਇੰਡੀਆ ਦੇ ਜਿਹੜੇ ਸਾਡੇ ਫਸਟ ਪ੍ਰਾਈਮ ਮਿਨਿਸਟਰ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਜੀ, ਉਹਨਾਂ ਨੇ 13 ਦਸੰਬਰ ਨੂੰ ਇੱਕ ਆਬਜੈਕਟਿਵ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਸੀਗਾ ਜਦੋਂ ਕਨਸਟੀਟਿਊਐਂਟ ਅਸੈਂਬਲੀ ਦੀ ਮੀਟਿੰਗ ਚੱਲ ਰਹੀ ਸੀਗੀ। ਆਬਜੈਕਟਿਵ ਰੈਜ਼ੋਲੂਸ਼ਨ, ਇਸ ਆਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਸਾਡੇ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਉਹਦਾ ਫਰੇਮਵਰਕ ਕੀ ਹੋਊਗਾ, ਉਹਦਾ ਜਾਣੀ ਕਿ ਆਪਾਂ ਕਹਦੇ ਕਿ ਫਰੇਮਵਰਕ ਕਿੱਦਾਂ ਦਾ ਹੋਊਗਾ, ਕਿਵੇਂ ਕਿਵੇਂ ਉਹਦੇ ਵਿੱਚ ਕੀ ਕੀ ਗੁਣ ਹੋਣਗੇ। ਇਸੇ ਰੈਜ਼ੋਲੂਸ਼ਨ ਨੂੰ 22 ਜਨਵਰੀ 1947 ਨੂੰ ਅਡਾਪਟ ਕਰ ਲਿਆ ਗਿਆ ਸੀਗਾ। ਠੀਕ ਹੈ, ਆਬਜੈਕਟਿਵ ਰੈਜ਼ੋਲੂਸ਼ਨ ਦੀ ਗੱਲ ਹੋ ਰਹੀ ਹੈ। ਪ੍ਰੈਜ਼ੈਂਟ ਕੀਤਾ ਗਿਆ 13 ਦਸੰਬਰ ਨੂੰ 1946 ਦੇ ਵਿੱਚ। 47 ਦੇ ਵਿੱਚ ਜਨਵਰੀ 22 ਨੂੰ ਇਹਨੂੰ ਅਡਾਪਟ ਕਰ ਲਿਆ ਗਿਆ। ਤੇ ਜਦੋਂ ਸਾਡਾ ਕਨਸਟੀਟਿਊਸ਼ਨ ਬਣ ਕੇ ਕੰਪਲੀਟ ਹੋ ਗਿਆ, ਉਸ ਤੋਂ ਬਾਅਦ ਇਸੇ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਮੋਡੀਫਾਈ ਕੀਤਾ ਗਿਆ ਤੇ ਪ੍ਰੀਐਂਬਲ ਦਾ ਰੂਪ ਦੇ ਦਿੱਤਾ ਗਿਆ ਜੀ। ਮੋਡੀਫਾਈ ਕਰਕੇ ਪ੍ਰੀਐਂਬਲ ਦਾ ਰੂਪ ਦੇ ਦਿੱਤਾ ਗਿਆ। ਕਲੀਅਰ? ਤੇ ਸਾਡਾ ਹੁਣ ਪ੍ਰੀਐਂਬਲ ਦੇ ਵਿੱਚ ਕੀ ਆ? ਦੇਖੋ, ਇਹਨਾਂ ਨੇ ਅੱਜ ਦੀ ਡੇਟ 'ਚ ਪੁੱਛਿਆ ਕਿ ਕਿੱਦਾਂ ਦਾ ਪ੍ਰੀਐਂਬਲ ਆ, ਇੰਡੀਅਨ ਸਟੇਟ ਨੂੰ ਕਿਵੇਂ ਰਿਪਰੈਜ਼ੈਂਟ ਕਰ ਰਿਹਾ ਸਾਡਾ ਪ੍ਰੀਐਂਬਲ। ਦੇਖੋ, ਆਪਸ਼ਨ ਨੰਬਰ ਸਾਡੇ ਕੋਲ ਫਸਟ ਹੈਗਾ ਸੋਵਰਨ, ਡੈਮੋਕ੍ਰੈਟਿਕ, ਸੋਸ਼ਲਿਸਟ, ਆਪਣਾ ਸੈਕੂਲਰ, ਰਿਪਬਲਿਕ। ਸੈਕੰਡ ਆਪਸ਼ਨ ਹੈ ਸਾਡੇ ਕੋਲੇ ਸੋਸ਼ਲਿਸਟ, ਡੈਮੋਕ੍ਰੈਟਿਕ, ਸੈਕੂਲਰ ਤੇ ਰਿਪਬਲਿਕ। ਪਹਿਲੀ ਗੱਲ ਤਾਂ 5 ਵਰਡ ਆਪਣੇ ਕੋਲ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਸਾਡੇ ਕੋਲੇ ਡੈਮੋਕ੍ਰੈਟਿਕ, ਸੋਵਰਨ, ਸੋਸ਼ਲਿਸਟ, ਸੈਕੂਲਰ, ਸੋਸ਼ਲਿਸਟ ਤੇ ਰਿਪਬਲਿਕ। ਫਿਰ ਹੈਗਾ ਸਾਡੇ ਕੋਲੇ ਸੋਵਰਨ, ਸੋਸ਼ਲਿਸਟ, ਸੈਕੂਲਰ ਤੇ ਡੈਮੋਕ੍ਰੈਟਿਕ ਤੇ ਰਿਪਬਲਿਕ। ਇਹਦੇ ਵਿੱਚ ਨੇ ਕਲੌਜ਼ ਯਾਦ ਕਰਨ ਵਾਲਾ। ਦੇਖੋ, ਸਾਡੇ ਕੋਲੇ ਫਸਟ ਆਪਸ਼ਨ ਦੇ ਵਿੱਚ ਵੀ 5 ਦਿੱਤੇ ਗਏ ਨਾਮ। ਚਲੋ, ਇਹਦੇ ਵਿੱਚ ਘੱਟ ਆ, ਸੈਕੰਡ ਦੇ ਵਿੱਚ, ਥਰਡ ਦੇ ਵਿੱਚ ਵੀ 5 ਹੀ ਆ ਤੇ ਫੋਰਥ ਆਪਸ਼ਨ ਦੇ ਵਿੱਚ ਵੀ 5 ਆ। ਤੇ ਸਾਨੂੰ ਇੱਥੇ ਕਨਫਿਊਜ਼ਨ ਹੋ ਰਿਹਾ ਕਿ ਆਨਸਰ ਕਿਹੜਾ ਹੋਊਗਾ ਜੀ। ਥੋੜਾ ਜਿਹਾ ਟ੍ਰਿਕੀ ਕੁਐਸਚਨ ਆ। ਇਹਨਾਂ ਨੇ ਸੀਕੁਐਂਸ ਵਾਈਜ਼ ਪੁੱਛਿਆ ਕਿ ਸੀਕੁਐਂਸ ਇਹਨਾਂ ਵਰਡਸ ਦਾ ਕੀ ਹੈ ਪ੍ਰੀਐਂਬਲ ਦੇ ਵਿੱਚ। ਠੀਕ ਹੈ, ਕੱਲੇ ਪ੍ਰੀਐਂਬਲਸ ਦੇ ਵਿੱਚ ਇਹਨਾਂ ਦੇ ਨਾਮ ਯਾਦ ਕਰਨ ਨਾਲ ਆਨਸਰ ਸੋਲਵ ਨਹੀਂ ਹੋਣੇ, ਸਾਨੂੰ ਇਹਨਾਂ ਦਾ ਸੀਕੁਐਂਸ ਵੀ ਯਾਦ ਕਰਨਾ ਪੈਣਾ। ਤੇ ਸੀਕੁਐਂਸ ਸਾਡੇ ਕੋਲ ਕੀ ਆ? ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਤੇ ਰਿਪਬਲਿਕ। ਆਨਸਰ ਨੰਬਰ 4 ਸਾਡਾ ਕੀ ਹੈ? ਆਪਸ਼ਨ ਨੰਬਰ ਜਿਹੜਾ ਉਹ ਸਹੀ ਆਨਸਰ ਆ ਜੀ। ਚਲੋ, 45 ਨੰਬਰ ਕੁਐਸਚਨ ਹੈ, ਹੂ ਇਜ਼ ਦ ਗਾਰਡੀਅਨ ਆਫ ਦ ਫੰਡਾਮੈਂਟਲ ਰਾਈਟ ਐਨਮਰੇਟਡ ਇਨ ਦ ਇੰਡੀਅਨ ਕਨਸਟੀਟਿਊਸ਼ਨ। ਕਹਿੰਦੇ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟ ਲਿਖੇ ਗਏ ਆ, ਉਹਨਾਂ ਦਾ ਗਾਰਡੀਅਨ ਕੌਣ ਹੈ, ਉਹਨਾਂ ਨੂੰ ਕੌਣ ਸੇਵ ਕਰਕੇ ਰੱਖਦਾ? ਤੇ ਸਾਡੇ ਉਹ ਹੈਗਾ ਜੀ ਸੁਪਰੀਮ ਕੋਰਟ। ਸੁਪਰੀਮ ਕੋਰਟ ਇਜ਼ ਦ ਗਾਰਡੀਅਨ ਆਫ ਦ ਫੰਡਾਮੈਂਟਲ ਰਾਈਟ। ਨੈਕਸਟ ਕੁਐਸਚਨ ਆ, ਵਿਚ ਪਾਰਟ ਆਫ ਦ ਇੰਡੀਅਨ ਕਨਸਟੀਟਿਊਸ਼ਨ ਡੀਲਸ ਵਿਦ ਦ ਫੰਡਾਮੈਂਟਲ ਰਾਈਟ। ਦੇਖੋ, ਫੰਡਾਮੈਂਟਲ ਰਾਈਟ ਨਾਲ ਕਿਹੜਾ ਪਾਰਟ ਡੀਲ ਕਰਦਾ? ਇਸ ਤੋਂ 2-3 ਜਿਹੜੇ ਕੁਐਸਚਨ ਪਹਿਲਾਂ ਆ ਪੁੱਛ ਕਰਕੇ ਹਟੇ ਆ, ਤੇ ਸਾਡਾ ਆਨਸਰ ਕੀ ਹੋਊਗਾ? ਪਾਰਟ 3rd। ਨੈਕਸਟ ਕੁਐਸਚਨ ਆਪਣੇ ਕੋਲੇ, ਹਾਊ ਮੈਨੀ ਫੰਡਾਮੈਂਟਲ ਡਿਊਟੀਜ਼ ਆਰ ਇਨ ਦ ਕਨਸਟੀਟਿਊਸ਼ਨ। ਕਹਿੰਦੇ ਫੰਡਾਮੈਂਟਲ ਡਿਊਟੀ ਵਿੱਚ ਟੋਟਲ ਕਿੰਨੀਆਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਨੇ ਟੋਟਲ? 11, 9, 20 ਐਂਡ 12। ਆਪਾਂ ਹੁਣੇ ਕੀਤਾ, ਪਹਿਲਾਂ ਵੀ ਮੈਂ ਦੱਸਿਆ ਕੀ ਹੈ ਜੀ ਆਨਸਰ ਇਹਦਾ 11 ਟੋਟਲ ਫੰਡਾਮੈਂਟਲ ਡਿਊਟੀਜ਼ ਨੇ। ਠੀਕ ਹੈ ਜੀ। ਚਲੋ, ਇਹਨਾਂ ਬਾਰੇ ਥੋੜਾ ਜਿਹਾ ਪੜ੍ਹ ਲਈਏ। ਸਟਾਰਟਿੰਗ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨਹੀਂ ਸੀ ਹੈਗੀਆਂ, ਲੇਕਿਨ 42nd ਅਮੈਂਡਮੈਂਟ ਦੇ ਵਿੱਚ ਜਿਹੜੀ ਕਿ 1976 ਦੇ ਵਿੱਚ ਹੋਈ ਆ, ਉਸ ਟਾਈਮ ਤੇ ਜਿਹੜੇ ਸਾਡੀ ਪ੍ਰਾਈਮ ਮਿਨਿਸਟਰ ਸੀਗੀ ਸ਼੍ਰੀਮਤੀ ਇੰਦਰਾ ਗਾਂਧੀ ਜੀ, ਉਹਨਾਂ ਨੇ ਇੱਕ ਕਮੇਟੀ ਬਣਾਈ, ਸਰਦਾਰ ਸਵਰਨ ਸਿੰਘ ਕਮੇਟੀ। ਠੀਕ ਹੈ ਜੀ, ਸਰਦਾਰ ਸਵਰਨ ਸਿੰਘ ਕਮੇਟੀ। ਤੇ ਉਸ ਕਮੇਟੀ ਦੇ ਵਿੱਚ ਜਿਹੜੇ ਸਰਦਾਰ ਸਵਰਨ ਸਿੰਘ ਸੀਗੇ ਉਹ ਹੈੱਡ ਕਰ ਰਹੇ ਸੀਗੇ ਕਮੇਟੀ ਨੂੰ। ਉਹਨਾਂ ਨੇ ਰეკਮੈਂਡ ਕੀਤਾ ਕਿ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਹੋਣੀਆਂ ਚਾਹੀਦੀਆਂ। ਇਹਨਾਂ ਦੀ ਰეკਮੈਂਡੇਸ਼ਨ ਤੋਂ ਬਾਅਦ 42nd ਅਮੈਂਡਮੈਂਟ ਹੁੰਦੀ ਹੈ ਤੇ ਸਾਡੇ ਕਨਸਟੀਟਿਊਸ਼ਨ ਦੇ ਵਿੱਚ 10 ਫੰਡਾਮੈਂਟਲ ਡਿਊਟੀਜ਼ ਨੂੰ ਐਡ ਕਰ ਲਿਆ ਜਾਂਦਾ। ਠੀਕ ਆ, ਸਟਾਰਟਿੰਗ ਵਿੱਚ 10 ਹੋਏ ਸੀਗੇ। ਇਹ ਫੰਡਾਮੈਂਟਲ ਡਿਊਟੀ ਦਾ ਕੰਸੈਪਟ ਅਸੀਂ USSR ਤੋਂ ਅਡਾਪਟ ਕੀਤਾ, ਜਿਹਨੂੰ ਅਸੀਂ ਅੱਜ ਰਸ਼ੀਆ ਕਹਿੰਦੇ ਆ। ਠੀਕ ਆ, ਐਕਸਟਰਾ ਇਨਫੋਰਮੇਸ਼ਨ ਆ, ਪਲੀਜ਼ ਨੋਟ ਕਰ ਲਿਓ। ਉਸ ਤੋਂ ਬਾਅਦ 2002 ਦੇ ਵਿੱਚ ਇੱਕ ਹੋਰ ਅਮੈਂਡਮੈਂਟ ਹੁੰਦੀ ਹੈ 86th ਅਮੈਂਡਮੈਂਟ। ਉਸ ਦੇ ਵਿੱਚ ਅਸੀਂ ਇੱਕ ਹੋਰ ਫੰਡਾਮੈਂਟਲ ਡਿਊਟੀ ਐਡ ਕਰਦੇ ਹਾਂ ਤੇ ਅੱਜ ਸਾਡੇ ਕੋਲੇ ਪ੍ਰੈਜ਼ੈਂਟ ਟਾਈਮ ਤੇ 11 ਫੰਡਾਮੈਂਟਲ ਡਿਊਟੀਜ਼ ਨੇ। ਠੀਕ ਆ, ਤੇ ਫੰਡਾਮੈਂਟਲ ਡਿਊਟੀਜ਼ 11 ਕੀ ਨੇ, ਇਹਨਾਂ ਨੂੰ ਇੱਕ ਵਾਰ ਧਿਆਨ ਨਾਲ ਜ਼ਰੂਰ ਪੜ੍ਹਿਓ ਜੀ। ਪੂਰੀ ਹਿਸਟਰੀ ਦੱਸ ਦਿੱਤੀ ਆ, ਕੁਐਸਚਨ ਇੱਥੋਂ ਆਊਗਾ ਤਾਂ ਆਪਾਂ ਕਰ ਸਕਦੇ ਹਾਂ। ਠੀਕ ਹੈ ਜੀ। ਇੱਕ ਦੋ ਗੱਲਾਂ ਹੋਰ ਨੇ ਇਹਨਾਂ ਬਾਰੇ। ਇੱਕ ਤਾਂ ਇਹ ਪਾਰਟ ਕਿਹੜੇ ਚ ਆਉਂਦੀਆਂ ਜੀ ਫੰਡਾਮੈਂਟਲ ਡਿਊਟੀਜ਼? 4A ਦੇ ਵਿੱਚ। ਦੂਜਾ ਇਹਨਾਂ ਦਾ ਆਰਟੀਕਲ ਨੰਬਰ ਸਾਡੇ ਕੋਲ ਹੈਗਾ ਜੀ 51A। ਇਹ ਵੀ ਦੋ ਇੰਪੋਰਟੈਂਟ ਗੱਲਾਂ ਨੋਟ ਕਰ ਲਓ। ਚਲੋ, ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ, ਤੇ ਆਨਸਰ ਤੁਹਾਨੂੰ ਮਿਲ ਗਿਆ ਹੋਊਗਾ 11 ਦਾ ਆਨਸਰ ਹੈ 11, ਆਪਸ਼ਨ ਨੰਬਰ A। ਫੰਡਾਮੈਂਟਲ ਰਾਈਟ ਆਰ ਨਾਟ ਗਿਵਨ ਟੂ। ਕਹਿੰਦੇ ਫੰਡਾਮੈਂਟਲ ਰਾਈਟ ਕਿਹਨਾਂ ਨੂੰ ਨਹੀਂ ਦਿੱਤੇ ਜਾਂਦੇ? ਬੈਂਕਰਪਟ ਪਰਸਨ ਨੂੰ, ਏਲੀਅਨਸ ਨੂੰ, ਪਰਸਨ ਸਫਰਿੰਗ ਫਰੋਮ ਦਾ
ਇਨਕਿਊਰੇਬਲ ਡਿਜ਼ੀਜ਼ ਤੇ ਪੋਲੀਟੀਕਲ ਸਫਰੇਜ। ਸਾਡਾ ਆਨਸਰ ਹੈਗਾ ਜੀ ਏਲੀਅਨਸ। ਏਲੀਅਨਸ ਨੂੰ ਕੋਈ ਫੰਡਾਮੈਂਟਲ ਰਾਈਟ ਨਹੀਂ ਮਿਲਦਾ, ਬਾਕੀ ਸਾਰਿਆਂ ਨੂੰ ਮਿਲਦੇ ਆ। ਚਲੋ 49 ਕੰਸੈਂਟ ਆਫ ਦਾ ਪੀਪਲ ਮੀਨਸ ਕੰਸੈਂਟ ਆਫ, ਕਹਿੰਦੇ ਜਿਹੜੀ ਪੀਪਲ ਦੀ ਕੰਸੈਂਟ ਆ ਉਹਦਾ ਮਤਲਬ ਕੀ ਆ? ਫਿਊ ਲੋਕਾਂ ਦੀ ਕੰਸੈਂਟ, ਸਾਰੇ ਲੋਕਾਂ ਦੀ, ਮੈਜੋਰਿਟੀ ਆਫ ਐਂਡ ਲੀਡਰਸ ਆਫ ਦਾ ਪੀਪਲ। ਤੇ ਇਹਦਾ ਸਹੀ ਆਨਸਰ ਆਪਾਂ ਨੂੰ ਪਤਾ ਆ ਮੈਜੋਰਿਟੀ ਆਫ ਦਾ ਪੀਪਲਸ, ਕਿ ਜੇ ਮੈਜੋਰਿਟੀ ਆਫ ਲੋਕਾਂ ਦੀ ਮਰਜ਼ੀ ਹੈ ਤਾਂ ਹੀ ਉਹਨੂੰ ਅਸੀਂ ਕੰਸੈਂਟ ਆਫ ਪੀਪਲ ਕਾਊਂਟ ਕਰਦੇ ਹਾਂ। 50 ਕੁਐਸਚਨ, ਦਾ ਡਾਇਰੈਕਟਰੀ ਪ੍ਰਿੰਸੀਪਲ ਆਫ ਸਟੇਟ ਪਾਲਿਸੀ DPSP ਕਿੱਥੋਂ ਅਡਾਪਟ ਕੀਤੇ ਨੇ ਜੀ? ਉਮੀਦ ਹੈ ਤੁਹਾਨੂੰ ਆਨਸਰ ਮਿਲ ਗਿਆ ਹੋਊਗਾ। ਕਿੱਥੋਂ ਕੀਤੇ ਆ ਜੀ? ਇਰਿਸ਼ ਕਨਸਟੀਟਿਊਸ਼ਨ, ਰਸ਼ੀਆ, ਰਸ਼ੀਆ ਨਹੀਂ, ਇਰਿਸ਼। ਆਪਸ਼ਨ ਨੰਬਰ 4 ਇਜ਼ ਦਾ ਕਰੈਕਟ ਆਨਸਰ, ਇਰਿਸ਼ ਦੇ ਕਨਸਟੀਟਿਊਸ਼ਨ ਤੋਂ। ਚਲੋ ਨੈਕਸਟ ਕੁਐਸਚਨ ਆ, ਵਿਚ ਆਫ ਦਾ ਫੋਲੋਇੰਗ ਇਜ਼ ਗਾਰਡੀਅਨ ਆਫ ਦਾ ਫੰਡਾਮੈਂਟਲ ਰਾਈਟ? ਫੰਡਾਮੈਂਟਲ ਰਾਈਟ ਦੇ ਗਾਰਡੀਅਨ ਕੌਣ ਨੇ? ਦੱਸਿਆ ਸੀਗਾ ਮੈਂ, ਲੈਜਿਸਲੇਚਰ ਨਹੀਂ ਹੋ ਸਕਦੀ, ਐਗਜ਼ੀਕਿਊਟਿਵ ਨਹੀਂ ਹੋ ਸਕਦੀ, ਪੋਲੀਟੀਕਲ ਪਾਰਟੀਜ਼ ਨਹੀਂ ਹੋ ਸਕਦੀ, ਤੇ ਕੌਣ ਹੋ ਸਕਦੇ? ਜੁਡੀਸ਼ਰੀ। ਠੀਕ ਆ ਜੀ। ਜੁਡੀਸ਼ਰੀ ਦੀ ਜਗ੍ਹਾ ਕੀ ਆਪਸ਼ਨ ਦੇ ਸਕਦਾ ਹੋ? ਸੁਪਰੀਮ ਕੋਰਟ ਔਰ ਹਾਈ ਕੋਰਟ ਔਰ ਬੋਥ, ਇਦਾਂ ਦੇ ਆਪਸ਼ਨ ਮਿਲ ਸਕਦੇ ਆ। ਚਲੋ ਕੁਐਸਚਨ ਨੰਬਰ 52, ਦ ਆਈਡੀਆ ਆਫ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵਾਜ਼ ਬੋਰੋਡ ਬਾਈ ਦ ਫਰੇਮਰ ਆਫ ਦ ਕਨਸਟੀਟਿਊਸ਼ਨ। ਕਿੱਥੋਂ ਬੋਰੋ ਕੀਤਾ ਗਿਆ? ਰਿਪੀਟ ਕੁਐਸਚਨ, ਰਿਪਬਲਿਕ ਆਫ ਆਇਰਲੈਂਡ। ਆਪਸ਼ਨ ਨੰਬਰ 3 ਇਜ਼ ਦਾ ਕਰੈਕਟ ਆਨਸਰ। ਨੈਕਸਟ ਹੈਗਾ ਸਾਡੇ ਕੋਲੇ ਜੀ 53 ਨੰਬਰ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਫੰਡਾਮੈਂਟਲ ਰਾਈਟ ਇਜ਼ ਅਵੇਲੇਬਲ ਟੂ ਦਾ ਸਿਟੀਜ਼ਨ ਓਨਲੀ? ਫੰਡਾਮੈਂਟਲ ਰਾਈਟ ਕਹਿੰਦੇ ਜਿਹੜਾ ਨੀਚੇ ਦਿੱਤਾ ਗਿਆ ਉਹਨਾਂ ਵਿੱਚੋਂ ਸਿਟੀਜ਼ਨ ਦੇ ਲਈ ਓਨਲੀ ਕਿਹੜਾ ਆ? ਠੀਕ ਆ, ਆਪਾਂ ਲਾਸਟ ਕਲਾਸਿਸ ਦੇ ਵਿੱਚ ਫੰਡਾਮੈਂਟਲ ਰਾਈਟ ਕਰ ਚੁੱਕੇ ਹਾਂ। ਠੀਕ ਹੈ, ਤੇ ਫੰਡਾਮੈਂਟਲ ਰਾਈਟ ਜਿਹੜੇ ਆ ਉਹ ਆਪਣੇ ਕੋਲ ਟੋਟਲ 14 ਤੋਂ ਲੈ ਕੇ 32 ਤੱਕ ਨੇ। ਉਹਨਾਂ ਵਿੱਚੋਂ ਕੁਝ ਇੱਦਾਂ ਦੇ ਆ ਜਿਹੜੇ ਓਨਲੀ ਸਿਟੀਜ਼ਨ ਦੇ ਲਈ ਆ। ਉਹ ਹੈਗਾ ਜੀ ਆਰਟੀਕਲ 15, ਆਰਟੀਕਲ 16, ਆਰਟੀਕਲ 19, 29 ਤੇ 30। ਜਿਹੜੇ ਇਹ ਫੰਡਾਮੈਂਟਲ ਰਾਈਟ ਆ ਇਹ ਓਨਲੀ ਫॉर ਦਾ ਸਿਟੀਜ਼ਨ ਆ, ਤੇ ਜਿਹੜੇ ਬਾਕੀ ਆ ਉਹ ਫॉर ਦਾ ਬੋਥ ਮੀਨਸ ਚਾਹੇ ਉਹ ਇੰਡੀਆ ਤੋਂ ਕੋਈ ਬਾਹਰ ਦਾ ਬੰਦਾ ਆ, ਇੰਡੀਆ ਦਾ ਸਿਟੀਜ਼ਨ ਨਹੀਂ ਹੈਗਾ, ਉਹਨੂੰ ਵੀ ਉਹ ਫੰਡਾਮੈਂਟਲ ਰਾਈਟ ਮਿਲਣਗੇ। ਠੀਕ ਆ, ਜੇ ਤਾਂ ਹੁਣ ਆਪਾਂ ਯਾਦ ਧਿਆਨ ਨਾਲ ਪੜ੍ਹੇ ਹੋਏ ਫੰਡਾਮੈਂਟਲ ਰਾਈਟ ਤਾਂ ਸਾਨੂੰ ਆਪਸ਼ਨ ਐਲੀਮੀਨੇਟ ਕਰਨਾ ਕੋਈ ਮੁਸ਼ਕਿਲ ਨਹੀਂ ਹੋਊਗੀ, ਕਿਉਂਕਿ ਆਪਾਂ ਨੰਬਰ ਲਿਖ ਲਏ ਆ ਤੇ ਨੰਬਰ ਯਾਦ ਵੀ ਕਰਨੇ ਆ ਤੇ ਇਹਨਾਂ ਦੇ ਨਾਮ ਵੀ ਯਾਦ ਕਰਨੇ ਆ। ਚਲੋ ਦੇਖਦੇ ਹਾਂ ਜੀ। ਇਕੁਐਲਿਟੀ ਬਿਫੋਰ ਲਾਅ, ਇਹ ਹੈਗਾ ਸਾਡੇ ਕੋਲੇ 14 ਨੰਬਰ, ਇਹ ਨਹੀਂ ਹੋ ਸਕਦਾ। ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨ ਲਿਬਰਟੀ, ਠੀਕ ਹੈ ਜੀ, ਇਹ ਸਾਡੇ ਕੋਲ ਆਪਸ਼ਨ ਨੰਬਰ ਹੈਗਾ 21, ਆਰਟੀਕਲ 21 ਆ ਸਾਡਾ, ਇਹ ਵੀ ਨਹੀਂ ਹੋ ਸਕਦਾ। ਪ੍ਰੋਟੈਕਸ਼ਨ ਫਰੋਮ ਡਿਸਕ੍ਰਿਮੀਨੇਸ਼ਨ ਔਨ ਦਾ ਗਰਾਊਂਡ ਆਫ ਰਿਲੀਜਨ, ਰੇਸ, ਕਾਸਟ, ਸੈਕਸ ਐਂਡ ਬਰਥ ਆਫ ਪਲੇਸ, ਕਿ ਅਸੀਂ ਡਿਸਕ੍ਰਿਮੀਨੇਸ਼ਨ ਨੂੰ ਰੋਕਣਾ ਜੀ, ਇਹ ਸਾਡਾ ਆਰਟੀਕਲ ਹੈਗਾ 15। ਤੇ ਸਾਡੇ ਕੋਲ ਫਿਰ ਬਚਦਾ ਹੈ ਫਰੀडम ਆਫ ਰਿਲੀਜਨ, ਇਹ ਹੈਗਾ ਆਰਟੀਕਲ 25, 28 ਤੱਕ ਚੱਲਦਾ ਹੈ। ਠੀਕ ਹੈ, ਤੇ ਸਹੀ ਆਨਸਰ ਕੀ ਹੋਊਗਾ ਹੁਣ ਸਾਨੂੰ ਪਤਾ ਲੱਗ ਹੀ ਚੁੱਕਾ ਹੈ, ਆਰਟੀਕਲ 15, ਤੇ ਆਪਸ਼ਨ ਨੰਬਰ 3 ਇਜ਼ ਦਾ ਕਰੈਕਟ ਆਨਸਰ, ਕਿ ਜਿਹੜਾ ਓਨਲੀ ਸਿਟੀਜ਼ਨ ਦੇ ਲਈ ਹੈ। ਚਲੋ ਅੱਗੇ ਚੱਲਦੇ ਹਾਂ। 54 ਨੰਬਰ ਕੁਐਸਚਨ, ਵਿਚ ਆਫ ਦਾ ਫੋਲੋਇੰਗ ਆਰਟੀਕਲ ਆਫ ਦਾ ਕਨਸਟੀਟਿਊਸ਼ਨ ਡੀਲਸ ਵਿਦ ਦਾ ਫੰਡਾਮੈਂਟਲ ਡਿਊਟੀ? ਫੰਡਾਮੈਂਟਲ ਡਿਊਟੀ ਨਾਲ ਕਿਹੜਾ ਆਰਟੀਕਲ ਡੀਲ ਕਰਦਾ? ਦੇਖੋ ਜੀ ਆ ਗਿਆ ਕੁਐਸਚਨ, ਹੁਣੇ ਆਪਾਂ ਫੰਡਾਮੈਂਟਲ ਡਿਊਟੀ ਬਾਰੇ ਪੂਰੀ ਡਿਟੇਲ ਪੜ੍ਹ ਕੇ ਹਟੇ ਹਾਂ, ਤੇ ਮੈਨੂੰ ਨਹੀਂ ਲੱਗਦਾ ਆਨਸਰ ਗਲਤ ਹੋਊਗਾ ਕਿਸੇ ਦਾ। ਆਨਸਰ ਹੋਊਗਾ ਜੀ ਸਾਡਾ ਆਰਟੀਕਲ 51, ਆਪਸ਼ਨ ਨੰਬਰ 2 ਇਜ਼ ਦਾ ਕਰੈਕਟ ਆਨਸਰ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਜੀ, ਦਾ ਪ੍ਰੀਐਮਬਲ ਟੂ ਦਾ ਕਨਸਟੀਟਿਊਸ਼ਨ ਮੇਕਸ ਨੋ ਮੈਂਸ਼ਨ ਆਫ, ਕਹਿੰਦੇ ਇਹਨਾਂ ਵਿੱਚੋਂ ਕਿਹੜੀ ਗੱਲ ਹੈ ਜਿਹੜੀ ਪ੍ਰੀਐਮਬਲ ਦੇ ਵਿੱਚ ਮੈਂਸ਼ਨ ਨਹੀਂ ਹੈਗੀ? ਜਸਟਿਸ ਮੈਂਸ਼ਨ ਹੈ ਜੀ, ਫਰੈਟਰਨਿਟੀ ਮੈਂਸ਼ਨ ਹੈ, ਇਕੁਐਲਿਟੀ ਆਫ ਸਟੇਟਸ ਮੈਂਸ਼ਨ ਹੈ, ਤੇ ਕੀ ਨਹੀਂ ਮੈਂਸ਼ਨ ਹੈਗਾ? ਅਡਲਟ ਫਰੈਂਚਾਈਜ਼ੀ। ਆਪਸ਼ਨ ਨੰਬਰ 4 ਇਜ਼ ਦਾ ਕਰੈਕਟ ਆਨਸਰ, ਇਹ ਮੈਂਸ਼ਨ ਨਹੀਂ ਹੈਗਾ। ਨੋ, ਧਿਆਨ ਰੱਖਣਾ, ਨੋ ਪੁੱਛਿਆ ਉਹਨਾਂ ਨੇ। ਚਲੋ ਫਿਰ ਹੈ ਸਾਡੇ ਕੋਲ 56 ਨੰਬਰ ਕੁਐਸਚਨ, ਵਿਚ ਪਾਰਟ ਆਫ ਦਾ ਕਨਸਟੀਟਿਊਸ਼ਨ ਡੀਲਸ ਵਿਦ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ? DPSP ਨਾਲ ਕਿਹੜਾ ਪਾਰਟ ਡੀਲ ਕਰਦਾ? ਠੀਕ ਹੈ, ਆਪਾਂ ਦੇਖਿਆ ਜੀ ਕਿਹੜਾ ਪਾਰਟ ਡੀਲ ਕਰਦਾ, ਪਾਰਟ ਨੰਬਰ 4। ਫਸਟ ਕਿਹਦੇ ਨਾਲ ਫਿਰ ਕਰ ਲੈਂਦੇ ਆ, 1 to 4 ਆਰਟੀਕਲ। 2 ਸਿਟੀਜ਼ਨਸ਼ਿਪ, 3 ਫੰਡਾਮੈਂਟਲ ਰਾਈਟ, 4 ਫੰਡਾਮੈਂਟਲ 4 ਹੈਗਾ ਜੀ DPSP, ਤੇ 4A ਹੈਗਾ ਸਾਡੇ ਕੋਲੇ ਫੰਡਾਮੈਂਟਲ ਡਿਊਟੀਜ਼। ਚਲਿਏ ਅੱਗੇ ਜੀ। ਚਲੋ ਕੁਐਸਚਨ ਨੰਬਰ 57, ਫੰਡਾਮੈਂਟਲ ਡਿਊਟੀਜ਼ ਵਰ ਐਡਡ ਟੂ ਦਾ ਕਨਸਟੀਟਿਊਸ਼ਨ ਬਾਏ? ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਆ ਉਹ ਕਿਹੜੀ ਅਮੈਂਡਮੈਂਟ ਦੇ ਅੰਡਰ ਕਹਿੰਦੇ ਐਡ ਹੋਈਆਂ? 24th, 39, 42nd, 44th। ਆਈ ਥਿੰਕ ਮੁਸ਼ਕਿਲ ਨਹੀਂ ਹੋਊਗਾ, ਤੇ ਆਨਸਰ ਹੋਊਗਾ ਸਾਡੇ ਕੋਲ ਦੋਸਤੋ 42nd ਅਮੈਂਡਮੈਂਟ 1976। ਮੈਂ ਪ੍ਰਾਈਮ ਮਿਨਿਸਟਰ ਦਾ ਨਾਮ ਵੀ ਦੱਸਿਆ ਸੀਗਾ, ਉਦੋਂ ਕੌਣ ਸੀਗੇ ਪ੍ਰਾਈਮ ਮਿਨਿਸਟਰ?
प्लीज़ कमेंट बॉक्स ਦੇ ਵਿੱਚ ਆਨਸਰ ਕਰੋ। ਚਲੋ ਨੈਕਸਟ ਕੁਐਸਚਨ ਆ ਸੈਕੂਲਰ ਸਟੇਟ ਇਜ਼ ਵਨ ਵਿਚ, ਕਹਿੰਦੇ ਸੈਕੂਲਰ ਸਟੇਟ ਕਿਹੜੀ ਹੋ ਸਕਦੀ ਹੈ? ਹੈਜ਼ ਨੋ ਰਿਲੀਜਨ ਆਫ ਇਟਸ ਓਨ, ਆਪਦਾ ਉਹਦਾ ਕੋਈ ਰਿਲੀਜਨ ਨਾ ਹੋਵੇ। ਇਟਸ ਇਰਲੀਜੀਅਸ, ਇਹ ਇਰਲੀਜੀਅਸ ਹੋਵੇ। ਇਜ਼ ਐਂਟੀ ਰਿਲੀਜੀਅਸ, ਇਹ ਰਿਲੀਜਨ ਦੇ ਖਿਲਾਫ ਹੋਵੇ। ਟੇਕਸ ਇਨਟੂ ਕੰਸੀਡਰੇਸ਼ਨ ਦਾ ਰਿਲੀਜੀਅਸ ਸੈਂਟੀਮੈਂਟ ਆਫ ਦਾ ਪੀਪਲ, ਕਹਿੰਦੇ ਜਿਹੜੇ ਲੋਕਾਂ ਦੇ ਸੈਂਟੀਮੈਂਟ ਆ ਉਹਨਾਂ ਨੂੰ ਧਿਆਨ ਵਿੱਚ ਰੱਖੇ। ਦੇਖੋ ਜੇ ਸੈਕੂਲਰਿਜ਼ਮ ਦੀ ਗੱਲ ਕਰੀਏ, ਸੈਕੂਲਰ ਸਟੇਟ ਦਾ ਓਰੀਜਨਲ ਮੀਨਿੰਗ ਕੀ ਆ ਕਿ ਸਟੇਟ ਦਾ ਕੋਈ ਰਿਲੀਜਨ ਆਪਦਾ ਨਹੀਂ ਹੈਗਾ, ਸਟੇਟ ਮੀਨ ਸਰਕਾਰ ਦਾ, ਤੇ ਆਪਸ਼ਨ ਨੰਬਰ 1 ਸਾਡੇ ਕੋਲ ਸਹੀ ਆਨਸਰ ਹੈ। ਲੇਕਿਨ ਜੇ ਆਪਾਂ ਇੰਡੀਆ ਦੇ ਪਰਸਪੈਕਟਿਵ ਨਾਲ ਦੇਖੀਏ, ਸੈਕੂਲਰਿਜ਼ਮ ਦੋ ਤਰ੍ਹਾਂ ਦਾ ਜੀ, ਇੱਕ ਤਾਂ ਹੈਗਾ ਵੈਸਟਰਨ ਸੈਕੂਲਰਿਜ਼ਮ, ਦੂਜਾ ਹੈਗਾ ਸਾਡੇ ਕੋਲ ਇੰਡੀਅਨ ਸੈਕੂਲਰਿਜ਼ਮ। ਵੈਸਟਰਨ ਗੱਲ ਕਰਦਾ ਕੰਪਲੀਟ ਸੈਪਰੇਸ਼ਨ ਦੀ, ਕੰਪਲੀਟ ਸੈਪਰੇਸ਼ਨ। ਇੰਡੀਅਨ ਕਰਦਾ ਆ ਪੋਜ਼ਿਟਿਵ ਇੰਟਰਵੈਂਸ਼ਨ, ਤੇ ਇਸ ਲਈ ਸਾਡੇ ਕੋਲ ਪੋਜ਼ਿਟਿਵ ਇੰਟਰਵੈਂਸ਼ਨ ਵਾਲਾ ਸੈਕੂਲਰਿਜ਼ਮ ਹੈ। ਲੇਕਿਨ ਜੋ ਸੈਕੂਲਰਿਜ਼ਮ ਦਾ ਅਸਲੀ ਆਨਸਰ ਹੈ, ਅਸਲੀ ਮੀਨਿੰਗ ਉਹ ਹੈਗਾ ਸਟੇਟ ਹੈਜ਼ ਨੋ ਰਿਲੀਜਨ, ਤੇ ਆਪਸ਼ਨ ਨੰਬਰ 1 ਇਜ਼ ਦਾ ਕਰੈਕਟ ਆਨਸਰ। ਚਲੋ ਜੀ ਨੈਕਸਟ ਕੁਐਸਚਨ ਹੈ ਆਪਣੇ ਕੋਲੇ, ਫਰੀडम ਆਫ ਪ੍ਰੈਸ ਇਜ਼ ਇੰਪਲਾਈਡ ਇਨ ਦਾ ਰਾਈਟ ਟੂ, ਕਹਿੰਦੇ ਜਿਹੜੀ ਫਰੀडम ਪ੍ਰੈਸ ਦੀ ਫਰੀडम ਆ ਉਹ ਕਾਹਦੇ 'ਚ ਇੰਪਲਾਈ ਹੁੰਦੀ ਆ? ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਦੂਜਾ ਹੈਗਾ ਸਾਡੇ ਕੋਲੇ ਫਰੀडम ਆਫ ਸਪੀਚ, ਤੀਜਾ ਹੈਗਾ ਆ ਫਰੀडम ਆਫ ਐਸੋਸੀਏਸ਼ਨ, ਚੌਥਾ ਹੈਗਾ ਜੀ ਵਰਕ ਐਂਡ ਮਟੀਰੀਅਲ ਸਿਕਿਉਰਿਟੀ। ਦੇਖੋ ਫਰੀडम ਆਫ ਪ੍ਰੈਸ ਇਹ ਸਾਡੇ ਕੋਲ ਆਉਂਦੇ ਜੀ ਫਰੀडम ਆਫ ਸਪੀਚ ਦੇ ਅੰਦਰ, ਜੋ ਕਿ ਸਾਡੇ ਕੋਲ ਹੈਗਾ ਆਰਟੀਕਲ 19 ਆਫ ਦਾ ਫੰਡਾਮੈਂਟਲ ਰਾਈਟ। ਲਾਸਟ ਕੁਐਸਚਨ ਹੈ ਜੀ ਵੀਡੀਓ ਦਾ, ਕੁਐਸਚਨ ਨੰਬਰ 60, ਫੰਡਾਮੈਂਟਲ ਰਾਈਟਸ ਗਰਾਂਟਡ ਟੂ ਦਾ ਸਿਟੀਜ਼ਨ, ਇੰਡੀਅਨ ਸਿਟੀਜ਼ਨ, ਕਹਿੰਦੇ ਜਿਹੜੇ ਇੰਡੀਅਨ ਸਿਟੀਜ਼ਨ ਨੂੰ ਫੰਡਾਮੈਂਟਲ ਰਾਈਟ ਗ੍ਰਾਂਟ ਕੀਤੇ ਜਾਂਦੇ ਆ ਉਹਨਾਂ ਬਾਰੇ ਕਿਹਾ ਹੈ ਕਿ ਕੈਨ ਨਾਟ ਸਸਪੈਂਡ, ਇਹ ਕਦੇ ਸਸਪੈਂਡ ਹੀ ਨਹੀਂ ਹੋ ਸਕਦੇ। ਦੂਜਾ ਆਪਸ਼ਨ ਹੈ ਕੈਨ ਵੀ ਸਸਪੈਂਡ, ਇਹ ਸਸਪੈਂਡ ਹੋ ਸਕਦੇ ਆ ਜੀ। ਤੀਜਾ ਆਪਸ਼ਨ ਆ ਕੈਨ ਨੈਵਰ ਬੀ ਸਸਪੈਂਡਡ ਅੰਡਰ ਐਨੀ ਸਰਕਮਸਟਾਂਸਿਸ, ਕਿਸੇ ਵੀ ਸਰਕਮਸਟਾਂਸ ਦੇ ਅੰਦਰ ਇਹਨਾਂ ਨੂੰ ਨਹੀਂ ਸਸਪੈਂਡ ਕੀਤਾ ਜਾ ਸਕਦਾ। ਤੇ ਚੌਥਾ ਹੈਗਾ ਜੀ ਨਨ ਆਫ ਦਾ ਅਬਵ ਇਜ਼ ਕਰੈਕਟ, ਉੱਪਰਲਿਆਂ ਚੋਂ ਕਹਿੰਦੇ ਕੋਈ ਵੀ ਸਹੀ ਨਹੀਂ ਹੈਗਾ। ਦੇਖੋ ਫੰਡਾਮੈਂਟਲ ਰਾਈਟ ਹੈਗੇ ਆ ਸਸਪੈਂਡ ਹੋ ਸਕਦੇ ਆ, ਠੀਕ ਆ, ਦੇ ਆਰ ਨਾਟ ਐਬਸੋਲਿਊਟ, ਇਹ ਐਬਸੋਲਿਊਟ ਨਹੀਂ ਹੈਗੇ, ਠੀਕ ਆ, ਇਹ ਐਬਸੋਲਿਊਟ ਨਹੀਂ ਹੈਗੇ, ਇਹ ਸਸਪੈਂਡ ਹੋ ਸਕਦੇ ਆ। ਇੱਕ ਹੋਰ ਇੰਪੋਰਟੈਂਟ ਗੱਲ ਨੋਟ ਕਰ ਲਿਓ, ਜਦੋਂ ਵੀ ਨੈਸ਼ਨਲ ਐਮਰਜੈਂਸੀ ਲੱਗੂਗੀ, ਠੀਕ ਆ ਜੀ, ਉਦੋਂ ਆਰਟੀਕਲ 19 ਆਟੋਮੈਟਿਕਲੀ ਸਸਪੈਂਡ ਹੋ ਜਾਣਾ, ਆਟੋਮੈਟਿਕਲੀ ਸਸਪੈਂਡ। ਤੇ ਆਰਟੀਕਲ 20 ਤੇ 21 ਕਿਸੇ ਵੀ ਸਰਕਮਸਟਾਂਸਿਸ ਦੇ ਵਿੱਚ ਸਸਪੈਂਡ ਨਹੀਂ ਹੁੰਦਾ। ਆਰਟੀਕਲ 19 ਕੀ ਆ? ਆਟੋਮੈਟਿਕਲੀ, ਬਹੁਤ ਇੰਪੋਰਟੈਂਟ ਗੱਲ ਆ, ਠੀਕ ਹੈ। ਚਲੋ ਤਾਂ ਇਹ ਸੀਗਾ ਆਪਣਾ ਅੱਜ ਦਾ ਲੈਕਚਰ, ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ, ਕਮੈਂਟ ਜ਼ਰੂਰ ਕਰੋ ਜਿਹੜੇ ਮੈਂ ਕੁਐਸਚਨ ਪੁੱਛਦਾ, ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਦੇ ਰਹੋ, ਕਿਉਂਕਿ ਹੋਰ ਵੀ ਇੱਥੇ ਜਿੰਨੇ ਪੰਜਾਬ ਦੇ ਐਗਜ਼ਾਮ ਆਉਣ ਵਾਲੇ ਆ ਉਹਨਾਂ ਦੀ ਜਿਹੜੀ ਤੁਹਾਨੂੰ ਡਿਟੇਲ ਆ ਜਾਂ ਪੜ੍ਹਾਈ ਆ ਉਹ ਫ੍ਰੀ ਮਿਲੂਗੀ ਬਿਲਕੁਲ। ਤੇ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ WhatsApp ਦੇ ਮੈਸੇਜ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ, ਠੀਕ ਹੈ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।